ਤੁਹਾਡਾ ਨਾਮ ਕੀ ਹੈ? ਜੀ ਮੇਰਾ ਨਾਮ ਗੁਰਮੀਤ ਸਿੰਘ ਹੈ ਜੀ। ਓਕੇ ਗੁਰਮੀਤ ਸਰ, ਤੁਸੀਂ ਕੀ ਪੜ੍ਹਾਉਂਦੇ ਹੋ ਇੱਥੇ? ਜੀ ਅਸੀਂ ਇੱਥੇ ਮੈਂ ਇੱਥੇ ਕੰਪਿਊਟਰ ਦਾ ਇੰਸਟ੍ਰਕਟਰ ਹੈਗਾ ਮੈਂ, ਜੀ। ਔਰ ਸਾਡਾ ਕਰਿਕੂਲਮ ਬੇਸਿਕਲੀ ਐਸਾ ਬਣਾਇਆ ਗਿਆ ਹੈ ਕਿ ਐਸਾ ਕੋਈ ਸਟੂਡੈਂਟ ਜਿਸ ਨੂੰ ਕੰਪਿਊਟਰ ਦੇ ਬਾਰੇ ਕੁਝ ਵੀ ਨਹੀਂ ਆਉਂਦਾ ਹੋਵੇ, ਜੀ, ਉਸ ਤੋਂ ਫੰਡਾਮੈਂਟਲ ਕੰप्यूटर स्टार्ट करके विद ऑफिस टूल लाइक वर्ड एक्सेल पावर पॉइंट शुरू करके वेब डेवलपमेंट कोर्स लाइक HTML CSS जावास्क्रिप्ट पाइथन एंड माइस्क्यूएल ਦੀ ਪ੍ਰੋਗਰਾਮਿੰਗ ਤੱਕ। ਮਤਲਬ ਇੱਕ ਬੱਚਾ ਜੋ ਇੱਥੇ ਆਏਗਾ ਜੋ ਕੰਪਿਊਟਰ ਦਾ ਕੁਝ ਨੌਲੇਜ ਨਹੀਂ ਹੈ, ਉਹ ਇੱਕ ਇੱਥੇ ਐਜ਼ ਏ ਵੈਬ ਡਿਵੈਲਪਰ ਬਣ ਕੇ ਜਾਏਗਾ। ਤੋਂ ਓਕੇ, ਤੇ ਸਰ ਤੁਹਾਡਾ ਬੈਕਗ੍ਰਾਉਂਡ ਕੀ ਹੈ? ਜਿਵੇਂ ਐਕਚੁਅਲੀ ਮੈਂ PGDC ਕੀਤੀ ਹੈ, ਪੋਸਟ ਗ੍ਰੈਜੂਏਟ ਕੀਤੀ ਹੈ ਆਪਣੇ ਕੰਪਿਊਟਰ ਐਪਲੀਕੇਸ਼ਨ ਦੇ ਵਿੱਚ, ਔਰ ਮੈਂ ITech ਖੁਦ ਵੀ ਕੀਤੀ ਹੈਗੀ ਆਪਣੇ ਟਾਈਮ ਦੇ ਟਾਈਮ। ਓਕੇ, ਤੇ ਸਰ ਆਪਾਂ ਕਿੰਨੇ ਟਾਈਮ ਤੋਂ ਇੰਸਟੀਚਿਊਟ ਬਣਾ? ਜੀ ਸਾਈਟ ਦਾ ਦਾ ਵੈਰੀ ਫਸਟ ਟੀਚਰ ਜੋ ਸਾਈਟ ਦਾ ਹੈ ਉਹ ਮੈਂ ਹੀ ਹਾਂ। ਸਨ ਤੋਂ ਜਦੋਂ ਐਸਟੈਬਲਿਸ਼ ਹੋਈ ਟੀਚਰ ITech ਐਸਟੈਬਲਿਸ਼ ਹੋਈ ਹੈ, ਇਹ ਸਾਈਟ ਦਾ ਪਹਿਲਾ ਟੀਚਰ ਮੈਂ ਹੀ ਹੈਗਾ। ਓਕੇ, ਸਿੰਸ 2003 ਮਤਲਬ 19-20 ਇਅਰਸ ਹੋ ਚੁੱਕੇ ਹੈਗੇ ਨੇ। ਤੇ ਕਿੰਨੇ ਸਾਲ ਤੋਂ ਆਪਣੇ ਬੱਚੇ ਕਿਹੜਾ ਕੋਰਸ ਕਰ ਰਹੇ ਨੇ, ਔਰ ਕਿਸ ਤਰੀਕੇ ਨਾਲ ਤੁਸੀਂ ਕਰਵਾ ਰਹੇ ਹੈਗੇ ਹੋ ਆਪਣਾ? ਕਿੰਨੀ ਸਾਲ ਦਾ ਕੋਰਸ ਹੁੰਦਾ ਹੈ? ਜੀ ਜੋ ਸਾਡਾ ਕੰਪਿਊਟਰ ਦਾ ਕੋਰਸ ਹੈਗਾ ਇਹ ਵਨ ਆਫ ਦਾ ਬੈਸਟ ਕੋਰਸ ਕੰਸੀਡਰ ਹੁੰਦਾ ਹੈ ਗਵਰਨਮੈਂਟ ਆਫ ਇੰਡੀਆ ਦੇ ਵਿੱਚ, ਔਰ ਇਹ 1 ਸਾਲ ਦਾ ਕੋਰਸ ਹੈ ਜਿਹਦੇ ਵਿੱਚ ਅਸੀਂ ਬੱਚਿਆਂ ਨੂੰ ਮਤਲਬ ਫੰਡਾਮੈਂਟਲਸ ਰੱਖ ਕੇ ਪ੍ਰੋਗਰਾਮਰ ਤੱਕ ਬਣਾਉਣ ਦੇ ਸਕਿੱਲ ਸਿਖਾਉਂਦੇ ਹੈਗੇ। ਮੈਮ ਮੇਰਾ ਨਾਮ ਬਲਜੀਤ ਕੌਰ ਹੈ। ਬਲਜੀਤ ਜੀ, ਤੁਸੀਂ ਕੀ ਕੋਰਸ ਕਰ ਰਹੇ ਹੋ ਇੱਥੇ? ਮੈਮ ਇੱਥੇ ਮੈਂ ਕੋਪਾ ਟ੍ਰੇਡ ਕਰ ਰਹੀ ਹਾਂ, ਉਹਦੇ ਨਾਲ ਸਾਨੂੰ ਇੰਪਲੋਏਬਿਲਟੀ ਦਾ ਵੀ ਕਰਾਉਂਦੇ ਨੇ, ਜਿੱਚੇ ਕਿ ਮਤਲਬ ਜਿਵੇਂ ਅਸੀਂ ਜਿਵੇਂ ਸਾਡੇ ਕੋਲ ਕੋਈ ਕਰੀਅਰ ਹੋ, ਆਪਾਂ ਉਸ 'ਚ ਅੱਛੀ ਸਕਿੱਲਸ 'ਚ ਅਸੀਂ ਮਤਲਬ ਅੱਛਾ ਗਰੋ ਕਰ ਪਾਈਏ, ਤੇ ਕੋਪਾ ਕਰ ਰਹੇ ਹਾਂ ਅਸੀਂ। ਕਿੰਨਾ ਟਾਈਮ ਹੋ ਗਿਆ ਬੇਟਾ ਇੱਥੇ ਤੁਹਾਨੂੰ? ਅਰਾਊਂਡ 9 ਮੰਥਸ। 9 ਮੰਥ 'ਚ ਤੁਸੀਂ ਕੀ ਸਿੱਖ ਲਿੱਤਾ ਹੈ? 9 ਮੰਥ 'ਚ ਅਸੀਂ MS ਵਰਡ ਸਿੱਖ ਲਿਆ, DOS ਸਿੱਖ ਲਿਆ, HTML ਸਿੱਖ ਲਿਆ, ਪਾਵਰ ਪੁਆਇੰਟ, ਕਾਫੀ ਚੀਜ਼ਾਂ ਸਿੱਖ ਲਈਆਂ ਨੇ। ਕੋਰਸ ਕਰਕੇ ਤੁਸੀਂ ਕੀ ਕਰਨਾ ਚਾਹੁੰਦੇ ਹੋ? ਐਜ਼ ਅ ਸਰ ਇੰਸਟ੍ਰਕਟਰ, ਮੈਮ ਇੰਸਟ੍ਰਕਟਰ ਤੇ ਬਣ ਜਾਈਏ, ਮਤਲਬ ਇੰਨੀਆਂ ਚੀਜ਼ਾਂ ਸਿੱਖ ਲਈਆਂ ਕਿ ਮਤਲਬ ਅੱਛਾ ਹੋ ਜਾਏ। ਤੇ ਤੁਹਾਨੂੰ ਟੀਚਰਸ ਵਾਰਾ ਕਿੰਨਾ ਸਪੋਰਟ ਕਰਦੇ ਨੇ? ਸਰ ਦਾ ਸਪੋਰਟ ਤੇ ਕਾਫੀ ਹੈ। ਈਵਨ ਅਸੀਂ ਉਹਨਾਂ ਨੂੰ ਰਾਤੀ ਵੀ ਕੁਝ ਟੈਕਸਟ ਕਰਕੇ ਪੁੱਛ ਲਈਏ ਤੇ ਉਹ ਉੱਥੇ ਵੀ ਰਿਪਲਾਈ ਕਰਕੇ ਦੱਸ ਦੇਣਗੇ ਕਿ ਹਾਂ ਇਹ ਐਵੇਂ ਨਹੀਂ ਐਵੇਂ ਹੁੰਦਾ। ਇੱਕ ਸਰ ਤੇ ਕਹਿੰਦੇ ਨੇ ਕਿ ਈਵਨ ਆਫਟਰ ਦਾ ਕੋਰਸ ਵੀ ਤੁਸੀਂ ਮੈਨੂੰ ਪੁੱਛ ਲੋਗੇ ਤੇ ਮੈਂ ਉੱਥੇ ਵੀ ਤੁਹਾਨੂੰ ਦੱਸਣ ਲਈ ਤਿਆਰ ਹਾਂ। ਕਾफ़ी सपोर्टिव है। थैंक यू बेटा। थैंक यू मैम। अभी हमें 3-4 मंथ्स हो गए हैं और हमें यहाँ पे फंडामेंटल सिखाया सबसे पहले, फिर उसके बाद माइक्रोसॉफ्ट के अंदर जो होता है MS वर्ड हो गया, MS एक्सेल, MS पावर पॉइंट, देन वी डिड HTML एंड CSS एंड देन देयर इज मोर टू इट। ओके, तो बच्चे आपको कितने टाइम हो गए यहाँ पर? इट्स बिन 3-4 मंथ्स नाउ। 3-4 मंथ्स। तो आपने क्या क्या सीखा इसमें? हमने अभी फंडामेंटल सीख लिए जो कि बेसिक्स थे, फिर उसके बाद हमने DOS किया, फिर MS एक्सेल, MS वर्ड, MS पावर पॉइंट, HTML और CSS भी हो गया। टीचर्स द्वारा का क्या सपोर्ट है बेटा आपको? टीचर्स बहुत अच्छे हैं और सर तो बहुत अच्छा पढ़ाते हैं, तो हम सब बहुत खुश हैं। मैम MS एक्सेल, MS वर्ड और HTML और CSS का हो रहा था अभी। हाँ जी मैम। और सर कैसे आपको पढ़ाया? बहुत बढ़िया, बहुत ज़्यादा बढ़िया। जितनी मर्जी बार पूछो, जो दिक्कत आती है जैसे मर्जी पूछो, कभी मना नहीं करेंगे। मैम गगनदीप सिंह मेरा नाम है। आप कौन सा कोर्स? मैम कोपा कोर्स कर रहे हैं, 1 ईयर कोर्स है। मैम अभी तक सर ने हमें MS वर्ड, MS एक्सेल, HTML, CSS वगैरह सिखा दिया है। अभी हम MySQL सीख रहे हैं, हम सब सिखा रहे हैं। मतलब कैसे सर पढ़ाते? सर बहुत अच्छा सर, का क्या सपोर्ट? सर बहुत अच्छे सर हैं, अच्छा पढ़ाते हैं, बहुत सही लगता है पढ़ना, रोज़ आते हैं इसलिए। थैंक यू बेटा। मोस्ट वेलकम। कितना सीख लिता ਤੁਸੀਂ ਕੋਰਸ ਬੇਟਾ? ਹਜੇ ਇੰਨਾ ਹਜੇ ਸਾਨੂੰ CSS ਤੱਕ ਸਿਖਾਇਆ ਹੈ, ਮਤਲਬ ਪਹਿਲੇ ਬੇਸਿਕ ਕਰਾਏ ਸੀ ਫੰਡਾਮੈਂਟਲਸ, ਉਸ ਤੋਂ ਬਾਅਦ ਮਾਈਕਰੋਸੌਫਟ ਕਰਾਇਆ ਸੀ, ਫਿਰ ਪਾਵਰ ਪੁਆਇੰਟ ਵਗੈਰਾ कैसा ਆਇਆ, ਹੁਣ CSS ਕਰਾਇਆ ਸੀ। ਕਿੰਨਾ ਟਾਈਮ ਹੋ ਗਿਆ ਇੱਥੇ ਤੁਹਾਨੂੰ? 3-4 ਮੰਥਸ ਹੋ ਗਏ। 3-4 ਮੰਥਸ। ਔਰ ਤੁਸੀਂ ਕੀ ਬਣਨਾ ਚਾਹੁੰਦੇ ਹੋ ਕੋਰਸ ਕਰਕੇ? ਕੀ ਕਰਨਾ ਚਾਹੁੰਦੇ ਹੋ? ਮੈਂ ਅੱਗੇ ਜਿਸ ਤਰ੍ਹਾਂ ਡਿਜ਼ਾਈਨਿੰਗ ਹੁੰਦੀ ਹੈ ਉਹਦੇ ਜਾਣਾ ਚਾਹੁੰਦੀ ਹਾਂ। ਤੁਹਾਨੂੰ ਸੀਨੀਅਰਸ ਵਾਲਾ ਦਾ ਕੀ ਸਪੋਰਟ ਹੈਗਾ? ਕਾਫੀ ਸਪੋਰਟਿਵ ਹੈਗੇ ਹੈ। ਅਗਰ ਅਸੀਂ ਕੋਈ ਚੀਜ਼ ਮਤਲਬ ਰਿਪੀਟਡਲੀ ਪੁੱਛੀਏ ਤੇ ਉਹ ਨਹੀਂ ਕਰਦੇ ਕਿ ਹਾਂ ਦੁਬਾਰਾ ਪੁੱਛੀਏ, ਦੱਸ ਦਿੰਦੇ ਆ। ਥੈਂਕ ਯੂ ਬੇਟਾ।
ਹੁਣ ਅਸੀਂ ਆਏ ਹਾਂ ਹਰਮੀਤ ਸਿੰਘ ਜੀ ਦੇ ਕੋਲ, ਜਿਹੜੇ ਸਾਡੇ ਨਾਲ ਹੁਣ ਸ਼ੇਅਰ ਕਰਾਂਗੇ ਜਿਹੜਾ ਇਹਨਾਂ ਦਾ ਮਕੈਨੀਕਲ ਮੋਟਰ ਵਹੀਕਲ ਡਿਪਾਰਟਮੈਂਟ ਹੈ, ਤੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਟ੍ਰੇਡ ਜਿਹੜਾ ਮੋਟਰ ਮਕੈਨਿਕ ਵਹੀਕਲ ਹੈਗਾ, ਇਹਦੇ ਵਿੱਚ 2 ਸਾਲ ਦਾ ਟ੍ਰੇਡ ਹੈ ਸਾਡੇ ਕੋਲ, ਤੇ ਜਿਹਦੇ ਵਿੱਚ ਆਪਾਂ ਬੱਚਿਆਂ ਨੂੰ ਥਿਉਰੀ ਤੇ ਪ੍ਰੈਕਟੀਕਲ ਦੋਨੋਂ ਕੰਡਕਟ ਕਰਾਉਂਦੇ ਹਾਂ। ਜਿਹਦੇ ਵਿੱਚ ਪ੍ਰੈਕਟੀਕਲ ਦੇ ਵਿੱਚ ਸਾਡਾ ਆਟੋਮੋਬਾਈਲ ਤੋਂ ਰਿਲੇਟਡ ਸਰਵਿਸਿੰਗ ਹੋ ਗਈ, ਜਿਵੇਂ ਪਾਰਟਸ ਬਾਰੇ ਹੋ ਗਈ, ਪਾਰਟਸ ਦੀ ਡੀਪ ਥਿਉਰੀ, ਉਸ ਤੋਂ ਬਾਅਦ ਅਸੈਂਬਲ ਔਰ ਡਿਸਮੈਂਟਲਿੰਗ ਔਰ ਅਸੈਂਬਲਿੰਗ ਕਰਨੀ, ਉਸ ਤੋਂ ਬਾਅਦ ਥਿਉਰੀ ਵੀ ਸਾਰਾ ਇਹਨਾਂ ਨੂੰ ਥਿਉਰੀ ਦੇ ਰਿਲੇਟਡ ਜਿਹੜਾ ਵੀ ਆਪਾਂ ਪ੍ਰੈਕਟੀਕਲ ਕਰਾਉਣਾ ਹੈ ਉਹਦੀ ਪਹਿਲੇ ਥਿਉਰੀ ਕਰਾਈ ਜਾਂਦੀ ਹੈ, ਤੇ ਉਸ ਤੋਂ ਬਾਅਦ ਇਹਨਾਂ ਨੂੰ ਪ੍ਰੈਕਟੀਕਲ ਕੰਡਕਟ ਕਰਾਇਆ ਜਾਂਦਾ ਹੈ। ਮੀਨਵਾਈਲ ਇਹ 2 ਸਾਲ ਦਾ ਸਾਡੇ ਕੋਲ ਕੋਰਸ ਹੈਗਾ। 2 ਸਾਲ ਦੇ ਵਿੱਚ ਅਸੀਂ ਬੱਚਿਆਂ ਨੂੰ ਥਿਉਰੀ ਪ੍ਰੈਕਟੀਕਲ ਦੋਨੋਂ ਟ੍ਰੇਨਿੰਗ ਪ੍ਰੋਵਾਈਡ ਕਰਦੇ ਹਾਂ। ਸਟਾਰਟਿੰਗ ਤੋਂ ਅਸੀਂ ਬੇਸਿਕ ਤੋਂ ਸ਼ੁਰੂ ਕਰਦੇ ਹਾਂ, ਬੱਚਿਆਂ ਨੂੰ ਸੇਫਟੀ ਤੋਂ ਪੜ੍ਹਾਉਣਾ ਸ਼ੁਰੂ ਕਰਦੇ ਹਾਂ, ਜਿਹਦੇ ਵਿੱਚ ਸਭ ਤੋਂ ਪਹਿਲੇ ਸੇਫਟੀ ਬਾਰੇ ਦੱਸਿਆ ਜਾਂਦਾ ਹੈ, ਫਿਰ ਉਸ ਤੋਂ ਬਾਅਦ ਟੂਲਸ ਦੇ ਬਾਰੇ ਦੱਸਿਆ ਜਾਂਦਾ ਹੈ, ਫਿਰ ਰਿਲੇਟਡ ਟੂ ਕੋਰਸ, ਜਿਹਦੇ ਵਿੱਚ ਕਿਉਂਕਿ ਬੱਚੇ ਨੂੰ ਅਗਰ ਸੇਫਟੀ ਦੇ ਟੂਲਸ ਦੇ ਬਾਰੇ ਹੀ ਨਹੀਂ ਪਤਾ ਹੋਏਗਾ ਤੇ ਟ੍ਰੇਡ ਦੇ ਬਾਰੇ ਬਾਅਦ ਚੋਂ ਆ ਕੇ ਉਹਨਾਂ ਨੂੰ ਦੱਸਿਆ ਜਾਂਦਾ ਹੈ, ਜਿਹਦੇ ਵਿੱਚ ਉਹਨਾਂ ਨੂੰ ਕਾਫੀ ਈਜ਼ੀ ਰਹਿੰਦਾ ਹੈ, ਤੇ ਹਰ ਇੱਕ ਚੀਜ਼ ਪ੍ਰੋਪਰ ਟੂਲ ਯੂਜ਼ ਕਰਨੇ ਤੇ ਪ੍ਰੋਪਰ ਸੇਫਟੀ ਨਾਲ ਟੂਲ ਯੂਜ਼ ਕਰਨੇ, ਇਹ ਸਭ ਚੀਜ਼ਾਂ ਸਿਖਾਈ ਜਾਂਦੀਆਂ ਨੇ। 2 ਸਾਲ ਦੇ ਕੋਰਸ ਦੇ ਵਿੱਚ ਅਸੀਂ ਬੱਚਿਆਂ ਦੀ ਔਨ ਜੌਬ ਟ੍ਰੇਨਿੰਗ ਵੀ ਕਰਾਉਂਦੇ ਹਾਂ। ਟ੍ਰੇਨਿੰਗ ਦੇ ਵਿੱਚ ਸਾਡੇ ਟ੍ਰੇਨਿੰਗ ਪਾਰਟਨਰਸ ਜਿਵੇਂ ਹੁੰਡਾਈ ਹੋ ਗਈ, ਕੀਆ ਹੋ ਗਿਆ, ਮਰਸੀਡੀਜ਼ ਤੱਕ ਬੱਚਿਆਂ ਦੀ ਟ੍ਰੇਨਿੰਗ ਪ੍ਰੋਵਾਈਡ ਕੀਤੀ ਜਾਂਦੀ ਹੈ। ਜਿਹਦੇ ਬਾਅਦ ਬੱਚਿਆਂ ਨੂੰ ਜਦ ਕੋਰਸ ਕੰਪਲੀਟ ਹੁੰਦਾ ਹੈ, ਜਦ ਬੱਚੇ ਜੌਬ ਵਾਸਤੇ ਜਾਂਦੇ ਆ ਫਸਟ ਡੇ, ਤੇ ਉਹਨਾਂ ਨੂੰ ਕਾਫੀ ਈਜ਼ ਹੋ ਜਾਂਦਾ, ਕਿਉਂਕਿ ਉਹ ਪਹਿਲੇ ਹੀ ਟ੍ਰੇਨਿੰਗ ਉਹਨਾਂ ਨੇ OJT ਕੀਤੀ ਹੁੰਦੀ ਹੈ। ਜਿਹਦੇ ਬਾਅਦ ਆਪਾਂ ਕੋਸ਼ਿਸ਼ ਇਹ ਵੀ ਕਰਦੇ ਹਾਂ ਕਿ ਮੈਕਸਿਮਮ ਬੱਚਿਆਂ ਨੂੰ ਪਲੇਸਮੈਂਟ ਵੀ ਕਰਾਏ ਜਾਏ। ਸਾਡੇ ਬੱਚੇ ਜਿਹੜੇ ਅਗਰ ਦੇਖੋ ਪਲੇਸਮੈਂਟ ਵੀ ਹੋਈ ਹੈ ਉਹਨਾਂ ਦੀ ਹੁੰਡਾਈ ਵਿੱਚ, ਕੀਆ ਵਿੱਚ, ਟੋਇਟਾ ਵਿੱਚ, ਟਾਟਾ ਵਿੱਚ, ਮਰਸੀਡੀਜ਼ ਤੱਕ ਸਾਡੇ ਬੱਚੇ ਪਲੇਸ ਹੁੰਦੇ ਨੇ। ਐਨ ਨੰਬਰ ਆਫ ਕੰਪਨੀਜ਼ ਹੈ, ਈਵਨ DTC ਦੇ ਵਿੱਚ ਵੀ ਹੁੰਦੇ ਨੇ। ਤੇ ਸਾਡੇ ਸਟੂਡੈਂਟ ਅੱਜ ਦੇ ਟਾਈਮ ਤੇ ਦੇਖਿਆ ਜਾਏ ਦਿੱਲੀ, ਗੁੜਗਾਉਂ, ਨੋਇਡਾ ਵਿੱਚ ਕਾਫੀ ਸਾਰੀ ਕੰਪਨੀਆਂ ਵਿੱਚ ਬਹੁਤ ਅੱਛੀ ਪੋਸਟ ਵਿੱਚ ਕੰਮ ਕਰ ਰਹੇ ਹਨ। ਉਹਨਾਂ ਨੇ ਬੇਸਿਕ ਪੋਸਟ ਤੋਂ ਕੰਮ ਸ਼ੁਰੂ ਕੀਤਾ ਸੀ, ਤੇ ਹੁਣ ਅੱਜ ਇੰਨੀ ਉੱਚੀ ਮੈਨੇਜਿੰਗ ਲੈਵਲ ਤੱਕ ਪੋਸਟ ਵਿੱਚ ਉਹ ਪਹੁੰਚ ਚੁੱਕੇ ਨੇ। ਉਹ ਸਾਰਾ ਆਲ ਬਿਕੋਜ਼ ਇੱਥੋਂ ਦੀ ਆਪਾਂ ਉਹਨਾਂ ਨੂੰ ਇੱਦਾਂ ਦੀ ਟ੍ਰੇਨਿੰਗ, OJT ਤੇ ਪਲੇਸਮੈਂਟ ਪ੍ਰੋਵਾਈਡ ਕੀਤੀ ਹੈ, ਜਿੱਦਾਂ ਦਾ ਉਹਨਾਂ ਦਾ ਫਿਊਚਰ ਕਾਫੀ ਬ੍ਰਾਈਟ ਹੋ ਚੁੱਕਿਆ ਹੈ। ਅਗਰ ਕੋਈ ਇੰਡੀਪੈਂਡੈਂਟਲੀ ਵੀ ਕਰਨ ਦੇ ਬਾਅਦ ਕੁਝ ਆਪਣੀ ਸਰਵਿਸ ਸੈਂਟਰ ਜਾਂ ਕੋਈ ਵਰਕਸ਼ਾਪ ਖੋਲ੍ਹਣਾ ਚਾਹੁੰਦਾ ਹੈ ਤਾਂ ਉਹ ਵੀ ਕਰ ਸਕਦਾ? ਹਾਂਜੀ, ਦੇਖੋ ਸਾਡੇ ਕੋਲ ਹਰ ਟਾਈਪ ਦਾ ਬੱਚਾ ਆਉਂਦਾ ਹੈ। ਕੁਝ ਬੱਚੇ ਹੁੰਦੇ ਨੇ ਜਿਨ੍ਹਾਂ ਦਾ ਬੈਕਗਰਾਊਂਡ ਰਿਲੇਟਡ ਟੂ ਟ੍ਰੇਡ ਹੁੰਦਾ ਹੈ, ਲਾਈਕ ਉਹਨਾਂ ਦੇ ਫਾਦਰ ਸਾਹਿਬ ਜਾਂ ਬੈਕਗਰਾਊਂਡ ਉਹਨਾਂ ਦਾ ਆਪਣੀ ਵਰਕਸ਼ਾਪਸ ਹੁੰਦੀਆਂ, ਤੇ ਉਹ ਇਹ ਕਰਦੇ ਨੇ ਕਿ ਇੱਥੇ ਟ੍ਰੇਨਿੰਗ ਲੈਣ ਤੋਂ ਬਾਅਦ ਆਪਣੀ ਵਰਕਸ਼ਾਪ ਫਾਦਰ ਦੀ ਲੁੱਕ ਆਫਟਰ ਕਰਦੇ ਨੇ। ਕੁਝ ਬੱਚੇ ਇੱਦਾਂ ਹੁੰਦੇ ਨੇ ਅਬਰੋਡ ਸਟੱਡੀ ਵਾਸਤੇ ਟਰਾਈ ਕਰਦੇ ਨੇ, ਜਿਹਦੇ ਵਿੱਚ ਉਹ ਇੱਥੋਂ ਕੋਰਸ ਕਰਕੇ ਹੈਂਡ ਸਕਿੱਲ ਟ੍ਰੇਨਿੰਗ ਲੈ ਕੇ ਬਾਹਰ, ਤੁਹਾਨੂੰ ਪਤਾ ਹੀ ਹੈ ਜਿਵੇਂ ਕਾਫੀ ਹੈਂਡ ਸਕਿੱਲ ਟ੍ਰੇਨਿੰਗ ਦੀ ਬਹੁਤ ਡਿਮਾਂਡ ਹੈ, ਤੇ ਉਹ ਬਾਹਰ ਜਾ ਕੇ ਵੀ ਫਿਰ ਜੌਬ ਕਰਨ ਦੀ ਸੋਚਦੇ ਨੇ। ਕੁਝ ਬੱਚੇ ਆਪਣਾ ਬਿਜ਼ਨਸ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦੇ ਨੇ, ਬਟ ਆਪਾਂ ਉਹਨਾਂ ਨੂੰ ਇਹੀ ਸੁਜੈਸਟ ਕਰਦੇ ਹਾਂ ਕਿ ਪਹਿਲੇ ਉਹ 1-2 ਸਾਲ ਕਿਸੇ ਦੇ ਅੰਡਰ ਜਾਂ ਕਿਸੇ ਗੁੱਡ ਕੰਪਨੀ ਵਿੱਚ ਕੰਮ ਕਰਨ, ਜਿਹਦੇ ਨਾਲ ਉਹਨਾਂ ਦਾ ਕਰੀਅਰ ਤੇ ਉਹਨਾਂ ਨੂੰ ਕਾਫੀ ਐਕਸਪੀਰੀਅੰਸ ਹੋ ਸਕੇ ਕਿ ਉਹ ਆਪਣਾ ਬਿਜ਼ਨਸ ਫਿਰ ਸਟਾਰਟ ਕਰ ਸਕਣ। ਤੇ ਸਾਡੇ ਕੋਲ ਹਰ ਟਾਈਪ ਦਾ ਬੱਚਾ ਤੁਸੀਂ ਕਹਿ ਲਓ, ਜਿੰਦਾ ਬੈਕਗਰਾਊਂਡ ਹੈ, ਕੋਈ ਆਪਣੀ ਜੌਬ ਕਰਨਾ ਚਾਹੁੰਦਾ ਹੈ, ਕੋਈ ਬਿਜ਼ਨਸ ਸਟਾਰਟ ਕਰਨਾ ਚਾਹੁੰਦਾ ਹੈ, ਤੇ ਕੋਈ ਅਬਰੋਡ ਸਟੱਡੀ ਕਰਨਾ ਚਾਹੁੰਦਾ। ਕਈ ਸਿਟੀਆਂ ਤੋਂ ਆਏ ਸਾਡੇ ਕੋਲ ਬੱਚੇ, ਬਿਹਾਰ ਤੋਂ ਵੀ ਆਏ ਹੈ, UP ਤੋਂ ਵੀ ਆਏ ਹੈ, ਪੰਜਾਬ ਤੋਂ ਵੀ ਆਏ, ਸਿਰਸਾ ਤੋਂ ਵੀ ਆਏ ਹੈ, ਤੇ ਅੱਛੀ ਸਟੱਡੀ ਦਿੱਤੀ ਜਾਂਦੀ ਤਾਂ ਹੀ ਆਉਂਦੇ ਸਾਡੇ ਕੋਲ ਬੱਚੇ ਇੱਥੇ। ਹੁਣ ਰੀਸੈਂਟਲੀ ਸਾਡੇ ਕੋਲ ਸਟੂਡੈਂਟ ਹੈ ਜਿਹੜਾ ਮਨੀਪੁਰ ਤੱਕ ਤੋਂ ਵੀ ਆਇਆ ਹੋਇਆ, ਉਹਨਾਂ ਦੀ ਫਾਦਰ ਦੀ ਆਪਣੀ ਵਰਕਸ਼ਾਪ ਹੈ, ਤੇ ਉਹਨਾਂ ਨੇ ਇਸ ਚੱਕਰ ਵਿੱਚ ਸਾਡੀ ITI ਜੁਆਇਨ ਕੀਤੀ ਸੀ, ਆਲ ਬਿਕੋਜ਼ ਕਿਉਂਕਿ ਇਹ ਪ੍ਰਾਈਵੇਟ ITI ਵਿੱਚ ਨੰਬਰ 1 ITI ਹੈ, ਤੇ ਅਸੀਂ ਨੰਬਰ 1 ਕਰਨ ਵਾਸਤੇ ਅਸੀਂ ਬੱਚਿਆਂ ਨੂੰ ਉਸ ਲੈਵਲ ਦੀ ਟ੍ਰੇਨਿੰਗ ਦਿੰਦੇ ਹਾਂ ਕਿ ਐਕਚੁਅਲੀ ਨੰਬਰ 1 ਉਹ ਦਿਖੇ। ਤੇ ਹੁਣ ਨਾਟ ਇਨ ਦ ਦਿੱਲੀ ਔਰ ਨਾਟ ਇਨ ਦ ਗੁੜਗਾਉਂ, ਨਾਓ ਵੀ ਆਰ ਗੈਟਿੰਗ ਸਟੂਡੈਂਟ ਫਰੋਮ ਆਊਟਸਾਈਡ ਦਿੱਲੀ। ਤੇ ਇਹ ਬੱਚੇ ਜਿਹੜੇ ਹੁਣ ਪ੍ਰੋਜੈਕਟ ਕਰ ਰਹੇ ਥੋੜਾ ਇਹਦੇ ਬਾਰੇ ਤੁਸੀਂ ਦੱਸੋ। ਹਾਂਜੀ, ਇਹ ਜਿਹੜੇ ਬੱਚੇ ਹੁਣੇ ਕੰਮ ਕਰ ਰਹੇ ਇਹਨਾਂ ਨੇ ਰੀਸੈਂਟਲੀ 4 ਸਟ੍ਰੋਕ ਦੇ ਬਾਰੇ ਦੱਸਿਆ ਗਿਆ। 4 ਸਟ੍ਰੋਕ ਵਰਕਿੰਗ ਪ੍ਰਿੰਸੀਪਲ ਦੇ ਬਾਰੇ ਦੱਸਿਆ ਗਿਆ। ਅਸੀਂ 2 ਵੀਲਰ 4 ਵੀਲਰ ਦੋਨਾਂ ਵਿੱਚ ਕਰਾਉਂਦੇ ਹਾਂ। ਇਹ ਜਿਵੇਂ ਹੁਣੇ ਰੀਸੈਂਟਲੀ ਬੱਚੇ ਪ੍ਰੈਕਟੀਕਲ ਕਰ ਰਹੇ ਨੇ, ਜਿਹਦੇ ਵਿੱਚ ਇਹਨਾਂ ਨੇ ਹੁਣੇ ਇਹਦਾ ਹੈਡ ਓਪਨ ਕੀਤਾ ਸੀ। ਹੈਡ ਓਪਨ ਕਰਕੇ ਪਿਸਟਨ ਦੀ ਕਲੀਅਰੈਂਸ ਚੈੱਕ ਕੀਤੀ ਹੈ, ਤੇ ਪਿਸਟਨ ਕਲੀਨ ਕੀਤਾ, ਤੇ ਹੈਡ ਕਲੀਨ ਕਰਕੇ ਇਹਨੂੰ ਰੀਅਸੈਂਬਲ ਕੀਤਾ। ਤੇ ਹੁਣ ਕਰਦੇ ਪਏ ਇਗਨੀਸ਼ਨ ਸਿਸਟਮ, ਜੋ 2 ਟਾਈਪ ਦਾ ਹੁੰਦਾ ਹੈ ਇਗਨੀਸ਼ਨ ਸਿਸਟਮ, ਇੱਕ ਡੈਨਮੋ ਤੇ ਇੱਕ ਹੁੰਦਾ ਹੈ ਬੈਟਰੀ ਇਗਨੀਸ਼ਨ ਸਿਸਟਮ। ਉਹ ਹੁਣ ਡੈਨਮੋ ਦਾ ਸਿਖਾ ਰਹੇ ਹਾਂ, ਕਿਉਂਕਿ ਜੋ बैटरी सिस्टम आंदा वो साडा 4 व्हीलर च आंदा है। बेटा आपका नाम? विश्वनाथ महतो सर। आप फर्स्ट ईयर में, सेकंड ईयर में? अभी तक आपने यहाँ पे क्या क्या चीज़ें सीखी हैं?
सर ऑलमोस्ट सर जितने भी काम होते हैं गाड़ी में सारे कुछ सीख गए हैं। लास्ट हमारे जो 3-4 महीने बचे हुए हैं उसमें सर थोड़ा बहुत काम बाकी है, नहीं तो सारे काम आ गए। सारे काम में आपने काम बाहर जाके भी कहीं अपनी इस तरीके से इंटर्नशिप या इंडस्ट्री में जाके काम करा? पहले सर हमारे यहाँ पे पहले थ्योरी करवा करके सर यहाँ पे प्रैक्टिकल होते हैं। प्रैक्टिकल होकर सर कुछ दिन बाद जैसे 4-5 महीने हमारे जो सिलेबस पूरा हो गया है फर्स्ट ईयर का, उसके बाद हमें ट्रेनिंग पे भेजा गया। वो क्या कहते हैं जहांगीरपुरी राणा मोटर्स मारुति में हम लोगों को 1 महीने की ट्रेनिंग हुई वहाँ पे, और फिर सेकेंड ईयर में 1 महीने की ट्रेनिंग हुआ है हमें किया मोटर्स में मोती नगर। तो अभी आप जो ये कर रहे हैं थोड़ा इसके बारे में बताएं। सर ये हीरो होंडा की बाइक है, ये 4 स्टॉक बाइक है सर। इसमें हमने टाइमिंग चेन खोली थी, टाइमिंग चेन खोल करके इसे बांधे फिर से फिट किए हैं, और क्लच प्लेट खोल करके फिर से फिट करके और स्टार्ट किया है। तो ये आप इंडिविजुअल कर रहे हैं, आपके साथ सारी टीम भी लगी हुई है? हाँ सर खुद से कर रहे हैं, जो गलत होता है वो सर बताते हैं। तो मतलब ग्रुप एक्सरसाइज में भी सारे लोग मिलके कर लेते हैं काम को? ग्रुप बना के भी करते हैं, जैसे अकेले भी करते हैं, जैसे साथ में लड़के रहते हैं तो और अच्छा रहता है, वो भी सीखते हैं हम भी सीखते हैं। फर्स्ट ईयर के स्टूडेंट आपसे पूछते हैं कि आपने सेकंड ईयर में क्या क्या सीखा है और हमें क्या क्या बेनिफिट मिलेंगे? हाँ पूछते हैं सर, वो लड़के सब फर्स्ट ईयर के जो हैं वो पूछते हैं कि भाई कैसे करते हो, मुझे ही बताओ कैसे एग्ज़ाम होते हैं, पढ़ाई लिखाई कैसे होते हैं, ये पूछते हैं। अभी आपने सर तो आके बताया कि हम ये भी सीखना चाहते हैं अपनी तरफ से, उसके अलावा जो मेंशन ना हो कुछ नई चीज़ आपने यूट्यूब पे देखी हो? आजकल तो सब यूट्यूब यूनिवर्सिटी पे चल रहे हैं। जो होते हैं जैसे न्यू टेक्नोलॉजी आते हैं हम सर के बारे सर से पूछते हैं, बताते हैं, सारे सर बताते हैं जो भी न्यू टेक्नोलॉजी के जा रहे जितने भी गैजेट सब आते हैं सर उसके बारे में बताते हैं कि कैसे कैसे क्या होता है। इसको करने के बाद आगे क्या करने का विचार है आपका? सर मैं तो आर्मी में जाना चाहता हूँ, आर्मी के लिए व्हीकल सब बनाना चाहता हूँ। हाँ सर ठीक है बेटा, थैंक यू। तो अब हमारे साथ फर्स्ट ईयर के स्टूडेंट हैं मिस्टर ब्रॉन्सन, तो आइए इनसे जानते हैं इनके एक्सपीरियंस के बारे में। वेलकम ब्रॉन्सन जी। थैंक यू एवरीवन। तो आप मणिपुर से हैं, तो आपको मणिपुर से यहाँ इंस्टीट्यूट का कैसे पता चला? इंटरनेट से पता चला कि यह इंस्टीट्यूट वो दिल्ली एनसीआर के एक नंबर 1 है प्राइवेट कैटेगरी में। मैंने पता चला कि यहाँ पे मेरा ड्रीम जो है पूरा कर सकते हैं यहाँ पे आके, और यहाँ का टीचर हाईली क्वालिफाइड टीचर है, और हॉस्पिटैलिटी है, नॉन टीचिंग और टीचिंग स्टाफ, और यहाँ का टीचर के आउट ऑफ सिलेबस में बताता है, और वो स्टूडेंट के लिए बहुत बड़ा एडवांटेज है। आप पहले स्टूडेंट वहाँ से आए हैं इस तरीके के, कि यहाँ से पहले कोई जाके किसी ने आपको बताया हो, वो हेल्प भी मिली हो, आप तो यहाँ पहले हैं यहाँ से? मैंने पहले इंटरनेट में रिसर्च किया था सर, और दिल्ली का बेस्ट इंस्टीट्यूशन, और मैंने ये इंस्टीट्यूशन का नाम पता चला, इसके लिए डायरेक्ट यहाँ पे आया। तो जब आप यहाँ पर आए और आपने फैकल्टी से डिस्कशन करी, यहाँ जो बच्चे सीनियर्स हैं सेकेंड ईयर में उनसे डिस्कशन करी, तो आपको क्या पता चला सेकेंड ईयर के बच्चों से जो ऑलरेडी यहाँ पे काम कर रहे हैं? सेकेंड ईयर के हमारे से और कदम आगे है, कुछ तो सिखा मिला है यहाँ पे, हमारे सीनियर है उसने हमको सिखाया ये करना है, और हम भी अभी हमारे टीचर्स है उन लोग भी सिखाए बहुत ज़्यादा, और हम भी प्रैक्टिकल भी ओरिएंटेड है वो इंस्टीट्यूशन। तो यहाँ पे जो अब ये आप सीख रहे हैं, तो इसको फिर आप पीछे बैक होम अपने दोस्तों में, यारों में, फ्रेंड्स में, फैमिली में भी बताते होंगे। तो यहाँ की ट्रेनिंग के अंदर और इस तरीके के इंस्टीट्यूट अगर नॉर्थ ईस्ट में हो तो उसके अंदर क्या डिफरेंस आपने पाया? टेक्नोलॉजी के बारे में कुछ फ़र्क है, यहाँ पे हाईली क्वालिफाइड टीचर और टेक्नोलॉजी है, उधर ही हमारे उतना टेक्नोलॉजी नहीं है, और इसके लिए अभी नया B6 वगैरह आ रहा है, और यहाँ पे भी उतना नॉलेज तो यहाँ पे भी है, और उतना इसके लिए आया। प्रैक्टिकल ट्रेनिंग में अभी कुछ स्टार्ट किया आपने? हाँ किया। क्या किया आपने? इंजन के लिए किया, इंजन के लिए कुछ पार्ट्स वगैरह बताया था हमको, और हमारे टूल्स के लिए बताया था, और पहले फर्स्ट ईयर है हमारा। तो अभी आपने नया भी एकेडमिक सेशन स्टार्ट होने वाला है, तो उस एकेडमिक सेशन के लिए आपने यहाँ पे जो अपना पर्सनल एक्सपीरियंस लिया है फैकल्टी के साथ, स्टाफ के साथ, स्टूडेंट्स के साथ, तो आपने वहाँ पे होम टाउन में अपने वापस बताया ताकि और भी बच्चे आके इसका बेनिफिट ले सकें? ज़रूर ज़रूर ज़रूर। तो मेरा एक्सपीरियंस जो है, इतना एक्सपीरियंस मिला था यहाँ पे, और हमारे दोस्त हमारे वगैरह परिवार में पता चला है, और यहाँ पे आके सीखो यहाँ पे जो मैं सीखा। तो जो सिखों का लंगर के हिसाब से सारी दुनिया में नाम है सेवा में, इसी तरीके से इतनी बढ़िया तामील दे रहे हैं, एजुकेशन दे रहे हैं, तो इसको देखते हुए आपको लगता है कि इस तरीके के सेंटर्स के अंदर और भी बच्चों को नॉर्थ ईस्ट से आना चाहिए? हाँ आना चाहिए, यहाँ पे आना चाहिए, यहाँ पे ज़रूर, वो एक्सपीरियंस के हिसाब से यहाँ पे आना चाहिए। अभी आपको कोई कम्युनिकेशन की प्रॉब्लम या कोई ऐसे लैंग्वेज बैरियर ऐसा तो नहीं महसूस हुआ? नहीं है, उतना तो नहीं है। और बाकी बैचमेट्स जो आपके साथ काम कर रहे हैं? हाँ वो तो बढ़िया है हमारा। बढ़िया।
तो आप रिकमेंड करेंगे और भी लोगों को देश में से यहाँ आने के लिए? हाँ ज़रूर, एब्सोल्युटली 100%। अब आप ब्रांड एम्बेसडर बनिए अपनी जगह के लिए इस इंस्टीट्यूट के, तो वो भी जिम्मेदारी आपके ऊपर है। थैंक यू। हाँ जी वीर जी, ਇਹ ਜਿਹੜਾ ਸੈਕਸ਼ਨ ਹੈਗਾ ਜਿੱਥੇ ਅਸੀਂ ਹੁਣ ਖੜੇ ਹਾਂ, ਥੋੜਾ ਇਹਦੇ ਬਾਰੇ ਬਤਾਓ। ਸਰ ਇਹ 2 ਇੰਜਨ ਹੈਗੇ ਹੈ, ਟੋਯੋਟਾ ਦੇ ਇੰਜਨ ਹੈ, ਇਹ ਪੈਟਰੋਲ ਇੰਜਨ ਹੈ ਤੇ ਡੀਜ਼ਲ ਇੰਜਨ ਹੈ। ਤੇ ਇਹ ਸੈਕੰਡ ਈਅਰ 'ਚ ਬੱਚਿਆਂ ਨੂੰ ਸਿਖਾਇਆ ਜਾ ਰਿਹਾ ਹੈ ਅਸੈਂਬਲਿੰਗ ਐਂਡ ਡਿਸਅਸੈਂਬਲਿੰਗ ਦਾ, ਤੇ ਬੱਚੇ ਇਸ 'ਤੇ ਕਰਦੇ ਪਏ ਆ। ਇਹਨਾਂ ਨੂੰ ਸਾਰੀ ਨੌਲੇਜ ਦਿੱਤੀ ਹੋਈ ਹੈ ਕਿ ਇੰਜਨ ਕਿਸ ਤਰ੍ਹਾਂ ਵਰਕਿੰਗ ਕਰਦਾ ਹੈ, ਕਿ ਪਿੱਛੇ ਵਰਕਿੰਗ ਜਿਸ ਤਰ੍ਹਾਂ ਸਟੋਕਸ ਹੁੰਦੇ ਆ ਤੇ ਕਿੱਦਾਂ ਸਕਸ਼ਨ ਕਰਦਾ ਹੈ, ਕੰਪਰੈਸ਼ਨ ਕਰਦਾ ਹੈ, ਐਗਜ਼ੌਸਟ ਕਰਦਾ ਹੈ, ਉਹ ਸਾਰਾ ਇੱਥੇ ਦੱਸਿਆ ਜਾਂਦਾ ਹੈ। ਇਹ ਸੈਕੰਡ ਈਅਰ ਦਾ ਪਾਰਟ ਹੈ? ਹਾਂਜੀ ਸੈਕੰਡ ਈਅਰ ਦਾ ਪਾਰਟ। ਕੁਝ ਤੇ ਫਸਟ ਈਅਰ 'ਚ ਆਉਂਦਾ, ਕੁਝ ਪਾਰਟਸ ਜਿਹੜਾ ਹੈਗਾ ਉਹ ਸੈਕੰਡ ਈਅਰ 'ਚ ਕੰਪਲੀਟ ਹੋ ਜਾਂਦਾ ਹੈ। ਤੇ ਇਹ ਜਿਹੜਾ ਕਰ ਰਹੇ ਹੈ ਬਿਲਕੁਲ ਐਡਵਾਂਸ ਲੈਵਲ ਹੈ, ਇਹਦੇ ਬਾਅਦ ਕੀ ਰਹਿ ਜਾਂਦਾ ਔਰ ਸਿੱਖਣਾ ਬੱਚੇ? ਸਰ ਇਸ ਤੋਂ ਬਾਅਦ ਜੋ ਹੈਗਾ ਉਹ ਈਵੀ 'ਚ ਆ ਜਾਂਦਾ ਹੈ। ਇਹ ਹੈਗਾ ਪੈਟਰੋਲ, ਜਿਸ ਤਰ੍ਹਾਂ ਜੋ ਪੁਰਾਣੀਆਂ ਗੱਡੀਆਂ ਚੱਲਦੀਆਂ ਅਜੇ ਤੱਕ ਚੱਲ ਰਹੀਆਂ ਡੀਜ਼ਲ ਪੈਟਰੋਲ ਦੀਆਂ, ਉਹ ਹੈਗੀਆਂ। ਇਸ ਤੋਂ ਬਾਅਦ ਜੋ ਐਡਵਾਂਸ ਆ ਰਿਹਾ ਉਹ ਈਵੀ ਹੈਗੀ ਹੈ, ਉਹ ਸਿਖਾਇਆ ਜਾਂਦਾ ਇਸ ਤੋਂ ਬਾਅਦ। ਇਹ ਕੋਈ ਇਹਨਾਂ ਦੀ ਟ੍ਰੇਨਿੰਗ ਰਿਲੇਟਡ ਟੂ ਸੀਐਨਜੀ ਵੀ ਸਿਖਾਈ ਜਾਂਦੀ ਹੈ? ਹਾਂਜੀ ਸਰ, ਸੀਐਨਜੀ ਦਾ ਵੀ ਦੱਸਿਆ ਜਾਂਦਾ ਇਹਦਾ। ਸਾਡੇ ਕੋਲ ਖੜਾ ਹੋਇਆ ਤੇ ਪਿੱਛੇ 4 ਸਟ੍ਰੋਕ ਸੀਐਨਜੀ ਇੰਜਨ ਖੜਾ ਹੋਇਆ, ਉਹਦੇ ਬਾਰੇ ਵੀ ਦੱਸਿਆ ਜਾਂਦਾ ਹੈ। ਤੇ ਹੁਣ ਥੋੜੇ ਬੱਚਿਆਂ ਦੇ ਨਾਲ ਗੱਲਬਾਤ ਕਰੀਏ। ਸਤਿ ਸ਼੍ਰੀ ਅਕਾਲ ਬੇਟਾ, ਤੁਹਾਡਾ ਨਾਮ? ਜਸਪਾਲ ਸਿੰਘ ਸਰ। ਤੁਸੀਂ ਸੈਕੰਡ ਈਅਰ ਦੇ ਵਿੱਚ ਹੋ ਤੇ ਪਹਿਲੇ ਈਅਰ ਦਾ ਐਕਸਪੀਰੀਅੰਸ ਕਿੱਦਾਂ ਰਿਹਾ ਤੁਹਾਡਾ? ਸਰ ਵਧੀਆ ਰਿਹਾ ਸਰ, ਸਾਰਾ ਨੌਲੇਜ ਗੇਨ ਕੀਤੀ ਆਪਾਂ। OJT ਵੀ ਗਏ ਸੀ, ਔਨ ਜੋਬ ਟ੍ਰੇਨਿੰਗ, ਉੱਥੇ ਵੀ ਸਾਨੂੰ ਸਿੱਖਣ ਨੂੰ ਮਿਲਿਆ। ਉੱਥੇ ਰਨਿੰਗ ਗੱਡੀਆਂ 'ਚ ਜ਼ਿਆਦਾ ਜਦੋਂ ਕੰਮ ਕਰਦੇ ਆ ਤੇ ਜ਼ਿਆਦਾ ਫਾਇਦਾ ਹੁੰਦਾ, ਸਾਨੂੰ ਨੌਲੇਜ ਆਉਂਦੀ ਹੈ। ਤੇ ਪਹਿਲਾ ਪਾਰਟ ਹੁੰਦਾ ਜਦ ਤੁਹਾਨੂੰ ਕਲਾਸਰੂਮ ਟੀਚਿੰਗ ਹੁੰਦੀ ਹੈ, ਦੂਜਾ ਹੁੰਦਾ ਜਦ ਤੁਹਾਨੂੰ ਲੈਬ ਦੇ ਵਿੱਚ ਇੱਥੇ ਪ੍ਰੈਕਟੀਕਲ ਟ੍ਰੇਨਿੰਗ ਹੋ ਰਹੀ ਹੈ, ਤੀਜਾ ਹੋ ਰਿਹਾ ਜਦ ਤੁਸੀਂ ਔਨ ਦੀ ਜੌਬ ਟ੍ਰੇਨਿੰਗ ਕਰਦੇ ਹੋ। ਤੇ ਤਿੰਨੋਂ ਦੇ ਵਿੱਚ ਜਿਹੜਾ ਸਿਖਾਇਆ ਜਾ ਰਿਹਾ ਹੈ ਤੇ ਜਿਹੜਾ ਉੱਥੇ ਅੱਜ ਦੀ ਲੋੜ ਹੈ, ਉਹਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਕਿੰਨਾ % ਉਹ ਸਿੰਕਰਨਾਈਜ਼ਡ ਹੈ, ਯਾਨੀ ਜੋ ਸਿਖਾਇਆ ਜਾ ਰਿਹਾ ਹੈ ਔਰ ਜਿਹੜੀ ਜ਼ਰੂਰਤ ਹੈ ਉਹ ਕਿੰਨਾ ਤਾਲਮੇਲ ਖਾਂਦੀ ਹੈ? ਸਭ ਤੋਂ ਪਹਿਲੇ ਸਰ ਸਾਨੂੰ ਸਾਰੇ ਪਾਰਟਸ ਦੀ ਨੌਲੇਜ ਹੋਣੀ ਚਾਹੀਦੀ ਹੈ। ਅਗਰ ਸਾਨੂੰ ਕੋਈ ਵਰਕ ਉਧਰ ਜਾਣਾ ਸਟੋਰ 'ਚ ਪਾਰਟ ਦਾ ਨਾਮ ਲੈਣਾ ਹੈ ਤੇ ਉਹ ਸਾਨੂੰ ਪਤਾ ਹੋਣਾ ਚਾਹੀਦਾ ਹੈ ਪਾਰਟ ਚਾਹੀਦਾ ਹੈ। ਇਹ ਨਹੀਂ ਕਿ ਇਹ ਗੁੱਗੀ ਚਾਹੀਦੀ ਹੈ, ਇਹ ਚੀਜ਼ ਨਹੀਂ ਬੋਲਣੀ ਹੈਗੀ। ਉਹਦਾ ਪਰਟੀਕੂਲਰ ਨੇਮ ਹੋਣਾ ਚਾਹੀਦਾ, ਪਾਰਟ ਨੇਮ ਹੋਣਾ, ਨੰਬਰ ਹੋਣਾ ਚਾਹੀਦਾ, ਕਿ ਸਾਨੂੰ ਪਤਾ ਹੋਣਾ ਚਾਹੀਦਾ ਸਾਰੀ ਚੀਜ਼ਾਂ ਦਾ। ਕਿਹੜਾ ਇੰਜਨ ਹੈਗਾ ਉਹ ਵੀ ਪਤਾ ਹੋਣਾ ਚਾਹੀਦਾ ਸਾਨੂੰ। ਪਹਿਲੇ ਨੌਲੇਜ ਸਰ ਤੋਂ, ਥਿਉਰੀ ਤੋਂ ਮਿਲੀ ਕਿ ਸਾਨੂੰ ਪਤਾ ਲੱਗੇ ਕਿ ਉੱਥੇ ਜਾ ਕੇ ਕੀ ਪਾਰਟ ਨੇਮ ਨੇ, ਕਿਹੜੇ ਟੂਲਸ ਨੇ, ਉੱਥੋਂ ਸਾਨੂੰ ਪਤਾ ਲੱਗਾ। ਮੇਨ ਸਾਨੂੰ ਇਹ ਹੈਗਾ ਕਿ ਸਾਨੂੰ ਪਤਾ ਚੱਲੇ ਕਿ ਕਿਹੜੀ ਗੱਡੀ ਦਾ ਕਿਹੜਾ ਪਾਰਟ ਸਾਨੂੰ ਚਾਹੀਦਾ। ਇਹ ਨਹੀਂ ਕਿ ਉੱਧਰ ਜਾ ਕੇ ਫੋਟੋ ਲੈ ਕੇ ਦਿਖਾਤੀ ਕਿ ਇਹ ਚੀਜ਼ ਚਾਹੀਦੀ ਹੈ, ਨਹੀਂ, ਸਾਨੂੰ ਨੌਲੇਜ ਆਉਣੀ ਚਾਹੀਦੀ। ਜੇ ਤੁਸੀਂ ਉੱਥੇ ਜਾਂਦੇ ਹੋ ਇੰਡਸਟਰੀ ਦੇ ਵਿੱਚ ਤੇ ਉਹ ਵੀ ਤੁਹਾਡੀ ਅਸੈਸਮੈਂਟ ਕਰਦੇ ਹੋਣਗੇ ਬਾਕੀ ਸਟੂਡੈਂਟ ਦੇ ਮੁਕਾਬਲੇ। ਤੇ ਜਦ ਤੁਸੀਂ ਦੇਖਦੇ ਹੋ ਕਿ ਬਾਕੀ ਸਟੂਡੈਂਟ ਬਾਕੀ ਇੰਸਟੀਚਿਊਟ ਚਾਹੇ ਪ੍ਰਾਈਵੇਟ ਹੋਏ ਜਾਂ ਗਵਰਨਮੈਂਟ ਆਏ ਹੈ, ਤਾਂ ਉਹਨਾਂ ਦੇ ਮੁਕਾਬਲੇ ਤੁਸੀਂ ਆਪਣੇ ਆਪ ਨੂੰ ਕਿੱਦਾਂ ਸਮਝਦੇ ਹੋ ਜੀ? ਤੁਸੀਂ ਕਿੱਥੇ ਸਟੈਂਡ ਕਰਦੇ ਹੋ? ਸਰ ਸਟੈਂਡ ਤੇ ਦੋਨੋਂ ਹੀ ਸਰ ਇੱਕ ਤਰ੍ਹਾਂ ਦੇ ਆਪਾਂ ਟ੍ਰੇਨਿੰਗ ਹੀ ਆ, ਟ੍ਰੇਨਿੰਗ ਆ ਨਾ, ਆਪਾਂ ਜ਼ਿਆਦਾ ਉਹਨਾਂ ਨੂੰ ਥੱਲੇ ਦੇਖ ਸਕਦੇ ਹਾਂ। ਦੋਨੋਂ ਇੱਕ ਹੀ ਲੈਵਲ ਤੇ ਨੇ, ਬਟ ਹੈਗਾ ਉਹ ਸਾਡੇ ਤੋਂ ਥੋੜ੍ਹੇ ਨੌਲੇਜੇਬਲ ਤਾਂ ਨੇ ਕਿਉਂਕਿ ਉਹ ਸ਼ੁਰੂ ਤੋਂ ਸਿੱਧਾ ਟ੍ਰੇਨਿੰਗ 'ਤੇ ਆਏ ਨੇ। ਉਹਨਾਂ ਨੂੰ ਜ਼ਿਆਦਾ ਪ੍ਰੈਕਟੀਕਲ ਨਹੀਂ ਦਿੰਦੇ। ਜਿਵੇਂ ਆਪਣਾ ਮੈਂ ਦੇਖੇ ਸੀਗਾ ਪਹਿਲੇ ਪੂਸਾ ਤੋਂ ਵੀ ਆਏ ਹੋਏ, ਸ਼ੁਰੂ ਤੋਂ ਉਹਨਾਂ ਦੀ ਟ੍ਰੇਨਿੰਗ ਹੀ ਲੱਗੀ, ਜਿਵੇਂ 6-7 ਮਹੀਨੇ ਤੋਂ ਟ੍ਰੇਨਿੰਗ 'ਤੇ ਆਏ ਹੋਏ ਸੀ। ਕਹਿੰਦੇ ਸਾਡੀ ਫੀਸ ਉੱਥੋਂ ਜਾਂਦੀ ਰਹਿੰਦੀ ਹੈ, ਆਪਾਂ ਇੱਥੇ ਟ੍ਰੇਨਿੰਗ ਹੀ ਕਰਦੇ ਹਾਂ ਸਿੱਧਾ। ਜਦ ਤੁਸੀਂ ਇੱਥੇ ਆ ਕੇ ਟ੍ਰੇਨਿੰਗ ਕਰਦੇ ਹੋ, ਇਹ ਸਭ ਚੀਜ਼ਾਂ ਸਿੱਖਦੇ ਹੋ, ਤੇ ਤੁਸੀਂ ਜਿਹੜਾ ਆਸ-ਪਾਸ ਚੀਜ਼ਾਂ ਚੱਲ ਰਹੀਆਂ, ਜਿੱਦਾਂ ਹੁਣ ਇਲੈਕਟ੍ਰਿਕ ਵਹੀਕਲ ਦੇ ਉੱਤੇ ਬੜਾ ਕੰਮ ਚੱਲ ਰਿਹਾ ਹੈ, CNG ਦੇ ਉੱਤੇ ਬੜਾ ਕੰਮ ਚੱਲ ਰਿਹਾ ਹੈ, ਤੇ ਜਿਹੜੇ ਆਸ-ਪਾਸ ਇਹ ਡਿਵੈਲਪਮੈਂਟ ਚੱਲ ਰਹੀ ਹੈ ਤੁਹਾਡੇ ਸੈਕਟਰ ਦੇ ਵਿੱਚ, ਇਹ ਇਨਪੁਟ ਵੀ ਲਾ ਕੇ ਤੁਸੀਂ ਜਿਹੜੀ ਫੈਕਲਟੀ ਹੈ, ਮੈਨੇਜਮੈਂਟ ਹੈ, ਉਹਨਾਂ ਦੇ ਨਾਲ ਸ਼ੇਅਰ ਕਰਦੇ ਹੋ? ਹਾਂਜੀ ਸਰ, ਜਿਵੇਂ EV ਆਈ ਹੈ ਉਹਦੇ 'ਚ ਸਰ ਬੜਾ ਫਰਕ ਹੈਗਾ ਪਹਿਲੇ ਤੋਂ। ਮੇਨ ਸਾਰੇ ਪਾਰਟਸ ਹੁਣ ਜਿਵੇਂ ਉਹ ਇੰਜਨ ਤੇ ਹੈ ਹੀ ਨਹੀਂ, ਮੇਨ ਸਾਰਾ ਮੋਟਰ ਦਾ ਖੇਲ ਹੈ ਤੇ ਬੈਟਰੀ ਦਾ ਮੇਨ ਹੈ, ਬਸ ਸਰ ਉੱਦਾਂ ਹੀ। ਤੇ ਤੁਹਾਡੇ ਇੱਥੇ ਟੈਕਨੀਕਲ ਜਿਹੜੇ ਟੀਚਰਸ ਹੈ ਤੇ ਜਿਹੜੇ ਟ੍ਰੇਨਿੰਗ ਦੇ ਰਹੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸਰ ਬਹੁਤ ਵਧੀਆ ਨੇ ਸਰ, ਸਾਨੂੰ ਸਾਰੀ ਨੌਲੇਜ ਦੇ ਰਹੇ ਨੇ, ਉਹ ਵੀ ਕਿ ਕਿਵੇਂ ਸਮਝਾਉਣਾ ਨੇ। ਕੁਆਲੀਫਾਈਡ ਨੇ ਸਰ, ਉਹ ਐਕਸਪੀਰੀਅੰਸ ਨੇ, ਸਾਰੇ ਐਕਸਪੀਰੀਅੰਸ ਟੀਚਰ ਨੇ ਕਿ ਪਤਾ ਸਰ ਉਹਨਾਂ ਨੂੰ ਕਿ ਕਿੰਨਾ ਸਮਝਾਉਣਾ। ਇਹ ਕੰਪਲੀਟ ਕਰਨ ਦੇ ਬਾਅਦ ਤੁਸੀਂ ਕੀ ਚਾਹੋਗੇ ਅੱਗੇ ਕਰਨਾ? ਸਰ ਆਪਾਂ ਸਰ ਟ੍ਰੇਨਿੰਗ ਹੀ ਸਰ ਹੁਣ ਜੌਬ ਪ੍ਰੈਫਰ ਕਰਾਂਗੇ ਸਿੱਧਾ ਕਿ ਕੰਪਨੀ 'ਚ ਹੋਏ, ਕਿਉਂਕਿ ਆਪਾਂ ਰੋਡ ਸਾਈਡ 'ਤੇ ਕੰਮ ਕਰਨਾ ਨਹੀਂ। ਹੁਣ ਸਰਟੀਫਾਈਡ ਹੋ ਜਾਏਗਾ, ਸਰਟੀਫਿਕੇਟ ਮਿਲੇਗਾ ਤਾਂ ਹੀ ਹੁਣ ਸਿੱਧਾ ਜਾਵਾਂਗੇ। ਤੇ ਤੁਹਾਨੂੰ ਆਪਣੇ ਵਿੱਚ ਇਤਨਾ ਕੌਨਫੀਡੈਂਸ ਲੱਗਦਾ ਹੈ ਕਿ ਕੱਲ ਕੋ ਤੁਹਾਨੂੰ ਕੋਈ ਫਾਈਨੈਂਸਰ ਮਿਲੇ, ਕਿਉਂਕਿ ਐਂਟਰਪ੍ਰੀਨਿਓਰਸ਼ਿਪ ਵੀ ਇੰਡੀਆ ਦੇ ਵਿੱਚ ਬੜਾ ਚੱਲ ਰਿਹਾ ਹੈ, ਔਰ ਉਹ ਕਹਿੰਦਾ ਕਿ ਬਈ ਤੁਸੀਂ ਆਪਣੀ ਵਰਕਸ਼ਾਪ ਖੋਲੋ, ਮੈਂ ਪੈਸਾ ਲਗਾਉਂਦਾ, ਤੇ ਕੀ ਇਸ ਤਰੀਕੇ ਦੀ ਮਾਰਕੀਟ ਦੇ ਵਿੱਚ ਐਸਟੈਬਲਿਸ਼ ਕਰਕੇ ਇੱਦਾਂ ਤਰ੍ਹਾਂ ਦਾ ਵੀ ਕੰਮ ਤੁਸੀਂ ਕਰ ਸਕਦੇ ਹੋ? सर मैं अजय करांगा नहीं जब तक मैं खुद परफेक्ट नहीं होवांगा। जब मैं परफेक्ट होवांगा तो सर मैं आप जावांगा सर अपनी वर्कशॉप खोलने ਲਈ। ऐ नहीं कि मैनू ऐ नहीं चाहिए कि मैं अपनी वर्कशॉप खोलना अगे बंदे रखा वो काम करन।
ਮੈਨੂੰ ਖੁਦ ਪਹਿਲੇ ਨੌਲੇਜ ਆਣੀ ਚਾਹੀਦੀ ਹੈ A to Z ਪੂਰੀ, ਫਿਰ ਮੈਂ ਅੱਗੇ ਬੰਦਾ ਰੱਖਾਂਗਾ ਜੀ। ਤੁਸੀਂ ਕੌਨਫੀਡੈਂਟ ਹੋ ਜਿਹੜਾ ਤੁਸੀਂ ਸਿੱਖਿਆ ਕਿਸੇ ਵੀ ਕੰਪਨੀ ਬੜੀ ਤੇ ਬੜੀ ਹੋ ਇੰਡੀਆ ਦੀ, ਉਹਦੇ ਕੋਲ ਅਗਰ ਤੁਸੀਂ ਆਪਣਾ ਟੈਕਨੀਕਲ ਐਕਸਪਰਟਾਈਜ਼ ਲੈ ਕੇ ਜਾਂਦੇ ਹੋ ਤਾਂ ਤੁਸੀਂ ਉਹ ਟਰੈਕ ਕਰ ਸਕਦੇ ਹੋ? ਸਰ ਥੋੜਾ ਮੈਨੂੰ ਐਕਸਪੀਰੀਅੰਸ ਚਾਹੀਦਾ 1-2 ਸਾਲ ਦਾ, ਫਿਰ ਮੈਂ ਕਰ ਸਕਦਾ। ਪੂਰਾ ਕੌਨਫੀਡੈਂਸ ਤਾਂ ਹੋਏਗਾ ਜਦੋਂ ਮੈਂ ਪੂਰਾ, ਜਿਵੇਂ ਹੁਣ 1 ਮਹੀਨੇ ਦੀ ਟ੍ਰੇਨਿੰਗ ਹੋਈ ਹੈ ਜੇ, ਤੇ ਐਡਾ ਕੌਨਫੀਡੈਂਸ ਥੋੜਾ ਬਹੁਤ ਆਇਆ ਮੈਨੂੰ, ਪੂਰਾ 100% ਆਪਣਾ ਦੇਣਾ, ਫਿਰ ਮੈਂ ਸਿੱਧਾ ਕਰਾਂਗਾ ਕੌਨਫੀਡੈਂਸ। ਇੰਸਟੀਚਿਊਟ ਦੇ ਲਈ ਤੇ ਜਿਹੜੀ ਮੈਨੇਜਮੈਂਟ ਹੈ ਉਹਦੇ ਲਈ ਤੁਸੀਂ ਬਾਕੀ ਜਿਹੜੇ ਬੱਚੇ ਹੈ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਹੈ ਕਿ ਸਰ ਹਾਰਡ ਵਰਕ ਕਰੋ ਸਿੱਧਾ ਆਪਣਾ, ਤੇ ਜਿਸ ਲਾਈਨ 'ਚ ਤੁਸੀਂ ਜਾਣਾ ਧਿਆਨ ਦਿਓ ਸਾਰੇ ਜੀ। ਹੁਣੇ ਵੀ ਅਗਰ ਨਹੀਂ ਦਿਲ ਕਰ ਰਿਹਾ, ਹੁਣੇ ਵੀ 2 ਸਾਲ ਤੁਹਾਨੂੰ ਮਿਲ ਗਏ ਨੇ, ਅਗਰ ਲਾਈਨ ਨਹੀਂ ਸਮਝ ਆ ਰਹੀ ਤਾਂ ਚੇਂਜ ਕਰ ਲਓ, ਬਟ ਇਸ ਲਾਈਨ 'ਚ ਜਾਣਾ ਹੈ ਤੇ ਫਿਰ ਪੂਰਾ ਇੰਟਰਸਟ ਦੇ ਨਾਲ ਜਾਣਾ, ਵੈਸੇ ਨਹੀਂ ਜਾਣਾ, ਕਿਉਂਕਿ ਇਸ ਲਾਈਨ 'ਚ ਮਜ਼ਾ ਬੜਾ ਹੈ। ਜੇ ਕੰਮ ਕਰੋਗੇ ਤਾਂ ਪਤਾ ਨਹੀਂ ਸਵੇਰ ਕਦੋਂ ਸ਼ਾਮ ਕਦੋਂ ਹੋਣੀ ਹੈ, ਬਲਕਿ ਲਗਾਉਣਾ ਪਏਗਾ ਤੇ ਲਾਉਣਾ ਪਏਗਾ। ਤੁਸੀਂ ਅਗਰ ਦੇਖੋ ਜੀ ਲੇਟੈਸਟ ਜਿਹੜਾ ਬਜਟ ਵੀ ਆਇਆ ਉਹਦੇ ਵਿੱਚ ਇਨਫਰਾਸਟ੍ਰਕਚਰ ਡਿਵੈਲਪਮੈਂਟ ਨੂੰ ਮੇਨ ਫੋਕਸ ਦਿਆ ਗਿਆ, ਤੇ ਅਗਰ ਇਨਫਰਾਸਟ੍ਰਕਚਰ ਡਿਵੈਲਪਮੈਂਟ ਹੋਏਗੀ ਤੇ ਸਭ ਤੋਂ ਜ਼ਿਆਦਾ ਡਿਮਾਂਡ ਜਿਹੜੀ ਜਨਰੇਟ ਹੋਏਗੀ ਆਟੋਮੋਟਿਵ ਦੀ। ਤੇ ਜਿਹੜੇ ਬੰਦੇ ਵੀ ਇਸ ਲਾਈਨ ਦੇ ਵਿੱਚ ਹੈ, ਅੱਜ ਤੇ ਜਿੱਦਾਂ IT ਦਾ ਬੂਮ ਹੈ, ਆਗੇ ਚੱਲ ਕੇ ਸਭ ਤੋਂ ਬੜਾ ਬੂਮ ਉਹਦੇ ਵਿੱਚ ਆਟੋਮੋਟਿਵ ਦਾ ਹੀ ਆਏਗਾ, ਤੇ ਜਿਹੜੇ ਲੋਕ ਉਹਦੇ ਵਿੱਚ ਐਕਸਪਰਟਸ ਹੈ ਤਾਂ ਇੰਟਰਨੈਸ਼ਨਲ ਕੰਪਨੀਆਂ ਦੇ ਵਿੱਚ ਇੰਡੀਆ ਜਾਂ ਇੰਟਰਨੈਸ਼ਨਲ ਵੀ ਕਾਫੀ ਓਪਰਚੁਨਿਟੀ ਰਹੇਗੀ। ਤੇ ਸਾਡੇ ਨਾਲ ਗੱਲਬਾਤ ਕਰਨ ਲਈ ਥੈਂਕ ਯੂ। ਤੇ ਕੋਈ ਮੈਸੇਜ ਤੁਸੀਂ ਆਪਣੇ ਟੀਚਰਾਂ ਦੇ ਜਾਂ ਆਪਣੇ ਟੈਕਨੀਕਲ ਸਟਾਫ ਦੇ ਲਈ ਦੇਣਾ ਚਾਹੋ ਜੀ? ਸਰ ਬਹੁਤ ਵਧੀਆ ਬਿਹੇਵੀਅਰ ਹੈ ਸਰ ਉਹਨਾਂ ਦਾ ਵੀ, ਤੇ ਨਾਲੇ ਸਰ ਮਤਲਬ ਕਿ ਪੜ੍ਹਾਉਂਦੇ ਵੀ ਬੜਾ ਸਹੀ ਨੇ, ਸਭ ਗਾਈਡ ਵੀ ਵਧੀਆ ਕਰਦੇ ਨੇ ਸਰ। ਔਰ ਸਭ ਤੋਂ ਮੇਨ ਗੱਲ ਸਰ, ਸਾਨੂੰ ਟ੍ਰੇਨਿੰਗ ਤੇ ਭੇਜਿਆ, ਬਾਕੀ IIT 'ਚ ਤੇ ਪਤਾ ਵੀ ਨਹੀਂ ਸਰ ਭੇਜਿਆ ਕਿ ਨਹੀਂ ਭੇਜਦੇ, ਸਾਨੂੰ ਭੇਜਿਆ ਸਰ, ਥੈਂਕ ਯੂ ਸਰ ਉਹਨਾਂ ਲਈ ਵੀ। ਸਾਨੂੰ ਤੁਸੀਂ ਰਿਕਮੈਂਡ ਕਰੋ ਜੀ ਬੱਚਿਆਂ ਨੂੰ ਕਿ ਇੱਥੇ ਜ਼ਿਆਦਾ ਤੋਂ ਜ਼ਿਆਦਾ ਬੱਚੇ ਜਿੰਨੀ ਵੀ ਐਡਮਿਸ਼ਨ ਹੈ ਲੈ? ਹਾਂਜੀ ਸਰ ਜ਼ਰੂਰ ਕਰਾਂਗੇ, ਆਪਾਂ ਆਪਣੇ ਫਰੈਂਡ ਨੂੰ ਵੀ ਭੇਜਾਂਗੇ ਕਿ ਆਓ SSIT ਕਰੋ। ਥੈਂਕ ਯੂ ਬੇਟਾ। ਹਾਂਜੀ ਵੀਰ ਜੀ, ਇਹ ਜਿਹੜੀ ਲੈਬ ਹੈ, ਲੈਬ ਦੇ ਬਾਰੇ ਤੁਸੀਂ ਕੁਝ ਦੱਸੋ। ਸਰ ਇਹ ਟਿਓਟਾ ਲੈਬ ਹੈਗੀ ਹੈ, ਟਿਓਟਾ ਦੇ ਵੱਲੋਂ ਬਣਾਈ ਗਈ ਹੈ। ਟਿਓਟਾ ਨਾਲ ਸਾਡਾ MUE ਜਿਹੜਾ ਹੈਗਾ 2004 ਤੋਂ ਹੈ। ਸ਼ਾਇਦ ਤੁਹਾਨੂੰ ਪਤਾ ਹੋਏਗਾ ਕਿ ਇੰਡੀਆ 'ਚ ਫਸਟ ਜੋ ITI ਦੇ ਵਿੱਚ ਲੈਬ ਬਣਾਈ ਗਈ ਹੈ ਉਹ ਸਾਡੀ IT ਦੀ ਬਣਾਈ ਗਈ ਹੈ। ਪਹਿਲੇ ਇਹ ਲੈਬ ਸਾਡੀ ਨਾਨਕ ਪਿਆਊ 'ਚ ਸੀਗੀ, ਉੱਥੋਂ ਇਹ ਸਾਰਾ ਸ਼ਿਫਟ ਹੋ ਕੇ ਇੱਥੇ ਆਈ ਹੈ। ਤੇ ਜਿਹੜੀ ਉਹ ਲੈਬ ਬਣਾਈ ਗਈ ਹੈ ਔਰ ਜਿਹੜਾ MOU ਸਾਈਨ ਹੋਇਆ ਸੀ ਹੁਣ ਤੱਕ ਉਹ ਬਰਕਰਾਰ ਹੈ? 20 ਸਾਲ ਹੋ ਗਏ? ਹਾਂਜੀ ਸਰ, ਇਹ 2004 ਤੋਂ ਟਿਲ ਡੇਟ ਤੱਕ ਸਾਡੇ ਨਾਲ ਹੈਗਾ ਸਰ। ਇਸ ਲੈਬ ਦੇ ਵਿੱਚ ਤੁਸੀਂ ਕੀ ਚੀਜ਼ਾਂ ਸਿਖਾਉਂਦੇ ਹੋ ਬੱਚਿਆਂ ਨੂੰ? ਸਰ ਜੋ ਬੱਚਿਆਂ ਨੂੰ ਸਾਨੂੰ ਇੱਥੇ ਟ੍ਰੇਨਿੰਗ ਹੁੰਦੀ ਹੈ, ਬੇਸਿਕ ਹੁੰਦੀ ਹੈ, ਟਿਓਟਾ ਦੀ ਹੁੰਦੀ ਹੈ। ਈਵਨ ਆਪਾਂ ਜਿਹੜਾ ਪ੍ਰੋਜੈਕਟਰ ਤੇ ਵੀ ਦਿਖਾਉਂਦੇ ਬੱਚਿਆਂ ਨੂੰ, ਤੇ ਟਿਓਟਾ ਦੇ ਅਕੋਰਡਿੰਗ ਸਾਰੀ ਟ੍ਰੇਨਿੰਗ ਇੱਥੇ ਦਿੱਤੀ ਜਾਂਦੀ ਹੈ। ਕੁਝ ਟ੍ਰੇਨਿੰਗ ਇੱਥੇ ਹੁੰਦੀ ਹੈ ਤੇ OGT ਸਾਡੀ ਕੰਪਨੀ 'ਚ ਹੁੰਦੀ ਟਿਓਟਾ ਦੀ। ਇਹ ਫਸਟ ਈਅਰ ਤੇ ਸੈਕੰਡ ਈਅਰ ਦੋਨੋਂ ਈਅਰ ਦੇ ਸਟੂਡੈਂਟ ਇੱਥੇ ਟ੍ਰੇਨਿੰਗ ਦੇ ਲਈ ਆਉਂਦੇ? ਹਾਂਜੀ ਸਰ, 15 ਡੇਜ਼ ਫਸਟ ਈਅਰ ਦੀ ਹੁੰਦੀ ਹੈ ਤੇ 15 ਡੇਜ਼ ਸੈਕੰਡ ਈਅਰ ਦੀ ਹੁੰਦੀ ਹੈ ਸਰ। ਤੇ ਹੁਣ ਅਸੀਂ ਦੇਖ ਰਹੇ ਹਾਂ ਕਿੱਥੇ ਮਸ਼ੀਨ ਹੈ, ਤੇ कौन दसेगा मशीन के बारे? हाँ, तो थोड़ा ये मशीन के बारे में बताएं, ये मशीन क्या है? ये पेट्रोल इंजन है और इसमें इंटेक मैनिफोल्ड है ये, और ये एग्जॉस्ट मैनिफोल्ड है और डुअल ओवर कैम साब है ये, और इसमें इंटेक में VVT है, और इसके अंदर में जो खोल के बताएगा तो बड़ा लंबा हो जाएगा। इसमें सेंसर है, ये वो एडलर सेंसर है इसमें, और पीछे में वो टेम्परेचर सेंसर भी वगैरह है। तो इस मशीन के ऊपर आप क्या सीख रहे हैं? Sir, this is a 4-stroke working engine that works on a 4-stroke principle that works under the condition called 4-stroke. That particularly proceeds under that this particular engine consider of block, chamber and ਇਹਦੇ ਉੱਤੇ ਕੇਮ ਕਵਰ ਵੀ ਹੁੰਦਾ ਹੈਗਾ, ਬਟ ਉਹ ਹੈ ਨਹੀਂ ਹਲੇ। Still, this engine is one of the best kind of to work under the 4-stroke one. तो इंडिविजुअल असाइनमेंट में और ग्रुप असाइनमेंट में दोनों में, चाहे फर्स्ट ईयर स्टूडेंट्स हो सेकेंड ईयर स्टूडेंट्स हो, इसके ऊपर काम करते हैं? हाँ जी सर, we do work on this particular engine. The one we have in lab is one of this kind of engine, so that's why we know the principle and also what the parts are there. And also our great teachers have told us also about the other engines which are in the same category. This engine is one of the best kind, I believe. So it is also one of the complex ones? Yes, sure. Somewhat complex, but I don't believe it. So for the mechanics, it's easy. It's quite easy. So it's one of the most common engine, was one of the most common drivetrain used among all those cars or all of the automotive industry. It's a 4-cylinder one that is being used everywhere, you know, and that's all. तो इस लैब के अंदर और क्या क्या चीज़ें आपने सीखी? यहाँ पे डिफरेंशियल है, गियर बॉक्स है, और जो भी ऑटोमोबाइल के पार्ट्स है वो इसकी लैब के अंदर में सब मिल जाएगा आपको।
आपको सीख जाएगा। तो ये बहुत इंपॉर्टेंट है कि इंडिया में सबसे पहला टाई अप जो टोयोटा का हुआ है वो इंस्टीट्यूट के साथ हुआ, और अभी जैसे बताया कि 20 साल हो गए अभी तक वो MOU और वो टाई अप साथ है। तो इससे पता चलता है कि जो बच्चे सीख रहे हैं उनको कितना एडवांटेज हो रहा है, और जो टोयोटा है एज ए कंपनी उनका भी कितना फेथ है कि अगर वो आज तक वो MOU बरकरार रख रहे हैं तो बच्चे सीख के काफ़ी अच्छा काम कर रहे हैं। इन इंजन्स के ऊपर काम करने के बाद अभी टोयोटा के अंदर भी जाके आपने कोई इंटर्नशिप या लाइव प्रोजेक्ट करा? Sir, being in the first year, we haven't considered it that. So, but our great teachers have told us that once we'll get to know about all of the conditions that are carrying around here in the institute, we'll consider that one also. Thank you for speaking to us. Thank you. Thank you very much. ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਕਿਹੜੇ ਡਿਪਾਰਟਮੈਂਟ ਤੋਂ ਤੁਸੀਂ? ਅਸੀਂ ਇਲੈਕਟ੍ਰੀਕਲ ਡਿਪਾਰਟਮੈਂਟ ਤੋਂ। ਤੇ ਤੁਸੀਂ ਇੱਥੇ ਬੱਚੇ ਨੂੰ ਕੀ ਕਰਵਾਉਂਦੇ ਹੋ, ਕੁਝ ਆਪਣਾ ਬੈਕਗ੍ਰਾਉਂਡ ਬਾਰੇ ਦੱਸੋ, ਕੀ ਹੈ ਤੁਹਾਡਾ ਬੈਕਗ੍ਰਾਉਂਡ? ਜਿਸ ਟਾਈਮ ਜਿੱਥੇ ITI ਸਟਾਰਟ ਹੋਈ ਹੈ 2003 ਤੋਂ, ਮੈਂ ਤਾਂ ਤੋਂ ਇੱਥੇ ਹੈਗਾ ਤੇ ਇਲੈਕਟ੍ਰੀਕਲ ਡਿਪਾਰਟਮੈਂਟ ਨਾਲ ਹੀ ਅਸੀਂ ਡੀਲ ਕਰ ਰਹੇ ਹਾਂ। ਤੇ ਇਹ ਬੱਚੇ ਆਉਂਦੇ ਨੇ ਹਰ 2 ਸਾਲ ਵਾਸਤੇ। ਅਸੀਂ ਵਾਇਰਿੰਗ, ਮੋਟਰ ਰਿਪੇਅਰਿੰਗ, ਰਿਪੇਅਰ ਮੇਨਟੇਨੈਂਸ, ਸੋਲਰ ਤੇ ਇਨਵਰਟਰ ਵਗੈਰਾ, ਮਤਲਬ ਜਿੰਨੇ ਵੀ ਇਲੈਕਟ੍ਰੀਕਲ ਸਾਰੇ ਕੰਮ ਹੈਗੇ ਨੇ ਉਹ ਕਰਵਾਏ ਜਾਂਦੇ ਨੇ। ਇਹਦੇ ਪਤਾ ਹੈ ਕਿ ਵਰਲਡ ਵਾਈਡ ਇਲੈਕਟ੍ਰੀਕਲ ਡਿਮਾਂਡ ਜ਼ਿਆਦਾ ਹੈ। ਇੱਕ ਸਕੋਪ ਰਹਿ ਗਿਆ ਸੀ ਖਾਲੀ ਵਹੀਕਲ ਦਾ, ਹੁਣ ਉਹ ਵੀ ਆਉਣ ਲੱਗ ਪਈ ਹੈ ਤੇ ਮਤਲਬ ਸਾਰੇ ਕੰਮ ਇੱਥੇ ਹੋ ਜਾਂਦੇ ਨੇ। ਤੇ ਫਸਟ ਈਅਰ ਸੈਕੰਡ ਈਅਰ ਦੇ ਬੱਚੇ ਨੇ? ਮੇਰੇ ਸੈਕੰਡ ਈਅਰ ਦੇ। ਹਾਂਜੀ। ਤੇ ਕਿਸ ਤਰ੍ਹਾਂ ਕਿੱਦਾਂ ਤੁਸੀਂ ਸਿਖਾਉਂਦੇ ਹੋ ਔਰ ਬੱਚਿਆਂ ਨੂੰ ਕਿਸ ਤਰੀਕੇ ਨਾਲ ਕਰਵਾ ਰਹੇ ਹੈਗੇ ਹੋ? ਥਿਓਰਟੀਕਲ ਪ੍ਰੈਕਟੀਕਲ ਦੋਨੋਂ ਹੀ ਤਰ੍ਹਾਂ ਦੇ ਸਿਖਾਉਂਦੇ ਇਹਨਾਂ ਨੂੰ। ਹਾਂ, ਥਿਓਰਟੀਕਲ ਦਾ ਪੋਰਸ਼ਨ ਛੋਟਾ ਹੁੰਦਾ ਤੇ ਪ੍ਰੈਕਟੀਕਲ ਦਾ ਪੋਰਸ਼ਨ ਥੋੜ੍ਹਾ ਜ਼ਿਆਦਾ ਹੁੰਦਾ, ਤਾਂ ਕਿ ਇਹ ਬੱਚਾ ਇਸ ਟਾਈਮ ਡਿਊਅਲ ਸਟਾਰਟਰ ਦੀ ਵਾਇਰਿੰਗ ਕਰ ਰਿਹਾ, 3 ਫੇਜ਼ ਦਾ ਡਿਊਅਲ ਸਟਾਰਟਰ, ਉਹਦੀ ਵਾਇਰਿੰਗ ਕਰ ਰਿਹਾ ਤੇ ਤੁਸੀਂ ਇਹ ਦੇਖ ਸਕਦੇ ਹੋ। ਸਤਿ ਸ਼੍ਰੀ ਅਕਾਲ ਬੇਟਾ, ਕੀ ਨਾਮ ਹੈ ਤੁਹਾਡਾ? ਮੈਮ ਤੇਜਿੰਦਰ ਸਿੰਘ। ਤੇਜਿੰਦਰ ਸਿੰਘ। ਤੇਜਿੰਦਰ ਸਿੰਘ ਜੀ, ਤੁਸੀਂ ਫਸਟ ਈਅਰ ਹੋ ਸੈਕੰਡ ਈਅਰ? ਸੈਕੰਡ ਈਅਰ ਮੈਮ। ਕੀ ਸਿੱਖਦੇ ਹੋ ਉੱਥੇ? ਅਸੀਂ ਮੈਮ ਸਾਰਾ ਮਤਲਬ 3 ਫੇਜ਼ ਦੀ ਮੋਟਰ ਮਤਲਬ ਕਿਵੇਂ ਹੁੰਦੀ ਆ, ਓਵਰਲਾਈਨ, ਮਤਲਬ ਜਿੰਨੇ ਵੀ ਸਾਰਾ ਕੁਝ ਮੋਟਰ ਬਾਰੇ ਜਿੰਨਾ ਵੀ ਹੈਗਾ ਸਭ ਕੁਝ ਮੈਮ ਸਰ ਸਿਖਾਉਂਦੇ ਨੇ ਸਾਨੂੰ। ਦੱਸੋ ਇੱਥੇ ਕਿਸ ਤਰ੍ਹਾਂ ਕੀ ਕਰ ਰਹੇ ਹੈਗੇ ਤੁਸੀਂ ਕੁਝ ਵਰਕ? ਮੈਮ ਹੁਣ ਅਸੀਂ ਡਿਊਅਲ ਸਟਾਰਟਰ ਬਣਾ ਰਹੇ ਹਾਂ। ਇਹ ਬੇਸਿਕਲੀ ਜਿਹੜੀ 3 ਫੇਜ਼ ਮੋਟਰ ਹੈ ਉਹਦੀ ਸੇਫਟੀ ਵਾਸਤੇ ਹੁੰਦਾ ਹੈ। ਮਤਲਬ ਕੁਝ ਬਾਈ ਚਾਂਸ ਮਤਲਬ ਕੁਝ ਆ ਜਾਏ, ਸ਼ਾਰਟ ਸਰਕਟ ਹੋ ਜਾਏ ਤਾਂ ਇਹ ਆਪੇ ਮਤਲਬ ਉਹਨੂੰ ਕੰਟਰੋਲ ਕਰ ਲੈਂਦਾ ਹੈ। ਉਹਦਾ ਮਤਲਬ ਸਾਰਾ ਸ਼ੌਕ ਮਤਲਬ ਸਭ ਕੁਝ ਆਪੇ ਮਤਲਬ ਡਿਵਾਈਡ ਕਰ ਦਿੰਦਾ, ਲੋਡ ਆਪੇ ਮਤਲਬ ਸ਼ਟ ਡਾਊਨ ਹੋ ਜਾਂਦਾ ਹੈ। ਉਹਦੇ ਵਾਸਤੇ ਬਣਾਉਂਦੇ ਨੇ। ਤੇ ਤੁਹਾਨੂੰ ਇੱਥੇ ਟੀਚਰਸ ਵਾਲਾ ਸਪੋਰਟ ਵਾਲਾ ਕਿਸ ਤਰ੍ਹਾਂ ਦਾ ਲੱਗਦਾ? ਵਧੀਆ ਲੱਗਦਾ ਮੈਮ, ਵਧੀਆ ਸਿਖਾਉਂਦੇ ਨੇ ਸਭ ਕੁਝ, ਵਧੀਆ ਕੋਆਪਰੇਟਿਵ ਨੇ। ਮਤਲਬ ਸਾਨੂੰ ਕੋਈ ਵੀ ਦਿੱਕਤ ਹੋਵੇ ਮਤਲਬ ਸਰ ਹੈਗੇ ਨੇ, ਸਾਨੂੰ ਕੁਝ ਵੀ ਦਿੱਕਤ ਹੁੰਦੀ ਸਭ ਕੁਝ ਦੱਸ ਦੇਣਗੇ। ਤੇ ਸਿੱਖ ਕੇ ਤੁਸੀਂ ਕੀ ਕਰਨਾ ਚਾਹੁੰਦੇ ਹੋ? ਮੈਮ ਦੇਖ ਰਹੇ ਹਾਂ ਜਿੱਦਾਂ ਮਤਲਬ ਹੋਰ ਅੱਗੇ ਡਿਗਰੀ ਵਾਸਤੇ ਮਤਲਬ ਬਾਹਰ ਜਾਣ ਦਾ ਪਲਾਨ ਹੈ ਬਸ। ਬਾਕੀ ਪੈਨਲ ਬਣਾਇਆ ਹੋਇਆ ਯੂਨੀਵਰਸਲ ਕਿ ਜਿਹਦੇ ਵਿੱਚ ਸਾਨੂੰ ਸਾਰਾ ਕੁਝ ਪਤਾ ਲੱਗਦਾ ਸੀ। ਕੋਈ ਵੀ ਲੋਡ ਲਗਾਵਾਂਗੇ ਸਾਨੂੰ ਉਹਦਾ ਐਂਪੀਅਰ ਪਤਾ ਚੱਲੇਗਾ, ਵਾਟ ਪਤਾ ਚੱਲਣਗੇ ਤੇ ਫ੍ਰੀਕੁਐਂਸੀ ਪਤਾ ਚੱਲੇਗੀ ਤੇ ਸਾਰਾ ਮਤਲਬ ਸਾਨੂੰ ਕੈਲਕੂਲੇਟ ਕਰਨ 'ਚ ਆਸਾਨੀ ਰਹੇਗੀ। ਕਿੰਨਾ ਟਾਈਮ ਹੋ ਗਿਆ ਇੱਥੇ ਬੇਟਾ ਤੁਹਾਨੂੰ? ਮੈਮ ਮੇਰਾ ਸੈਕੰਡ ਈਅਰ ਦਾ ਹੁਣ ਚੱਲ ਰਿਹਾ ਲਾਸਟ। ਹਾਂਜੀ। ਤੇ ਤੁਸੀਂ ਟੀਚਰਸ ਵਾਲਾ ਕਿੰਨਾ ਸਪੋਰਟ ਕਰ ਰਹੇ ਤੁਹਾਨੂੰ ਔਰ ਕਿਸ ਤਰੀਕੇ ਨਾਲ ਤੁਹਾਨੂੰ ਸਿਖਾ ਰਹੇ ਨੇ? ਮੈਮ ਪੂਰੀ ਸਪੋਰਟ ਹੈਗੀ ਸਰ ਵਗੈਰਾ ਦੀ। ਕੋਈ ਵੀ ਦਿੱਕਤ ਸਾਨੂੰ ਹੁੰਦੀ ਸਾਨੂੰ ਦੱਸ ਦਿੰਦੇ ਨੇ। ਪਹਿਲੀ ਗੱਲ ਤੇ ਪੂਰਾ ਕਨਸੈਪਟ ਕਲੀਅਰ ਹੀ ਹੁੰਦਾ ਸਾਨੂੰ। ਜੇ ਅਗਰ ਕੋਈ ਬਾਈ ਚਾਂਸ ਕਰਦੇ ਪ੍ਰੈਕਟੀਕਲ ਦਿੱਕਤ ਆਉਂਦੀ ਹੈ ਤੇ ਸਰ ਕੋ ਪੁੱਛ ਲਈਦਾ ਤੇ ਸਰ ਪੂਰਾ ਹੈਲਪ ਕਰਦੇ ਸਾਨੂੰ। ਠੀਕ ਹੈ ਬੇਟਾ, ਥੈਂਕ ਯੂ। ਸਤਿ ਸ਼੍ਰੀ ਅਕਾਲ ਸਰ, ਕੀ ਨਾਮ ਹੈ ਤੁਹਾਡਾ? ਮੈਮ ਮੇਰਾ ਨਾਮ ਹਰਸ਼ਜੀਤ ਸਿੰਘ ਹੈ। ਹਰਸ਼ਜੀਤ ਜੀ, ਤੁਹਾਡਾ ਕੀ ਬੈਕਗ੍ਰਾਉਂਡ ਹੈ? ਮੈਂ ਮੈਮ ITI ਹੀ ਕੀਤੀ, ਡਿਪਲੋਮਾ ਕੀਤਾ ਔਰ ਮੇਰਾ ਸਭ ਤੋਂ ਵਧੀਆ ਜਿਹੜਾ ਐਕਸਪੀਰੀਅੰਸ ਰਿਹਾ, ਮੈਂ ਨਾਨਕਪੁਰ ਇੰਸਟੀਚਿਊਟ ਸੀਗਾ ਸਾਡਾ ITI, ਗੁਰੂ ਹਰਕ੍ਰਿਸ਼ਨ ITI, ਗੁਰੂ ਤੇਗ ਬਹਾਦਰ ITI, ਅਤੇ ਮੈਂ ਉੱਧਰੋਂ ਹੀ ਕੀਤੀ। ਅਤੇ
ਆਪਣੇ ਇੰਸਟੀਚਿਊਟ ਦੇ ਵਿੱਚ ਹੀ ਟੀਚਰ ਲੱਗਿਆ। ਇਹਦੀ ਵੀ ਬਹੁਤ ਖੁਸ਼ੀ ਹੈ, ਸਾਨੂੰ ਬਹੁਤ ਅੱਛਾ ਉਸ ਟਾਈਮ ਵੀ ਟ੍ਰੇਨਿੰਗ ਮਿਲੀ ਤੇ ਇਸ ਟਾਈਮ ਵੀ ਅਸੀਂ ਬੱਚਿਆਂ ਨੂੰ ਬਹੁਤ ਅੱਛਾ ਕੀ ਨਾਮ ਹੈ ਟ੍ਰੇਨਿੰਗ ਮਟੀਰੀਅਲ ਵੀ ਸਾਨੂੰ ਇੰਸਟੀਚਿਊਟ ਪ੍ਰੋਵਾਈਡ ਕਰਦਾ ਤੇ ਆਪਾਂ ਟ੍ਰੇਨਿੰਗ ਵੀ ਬੜੀ ਅੱਛੀ ਦੇ ਰਹੇ ਹਾਂ ਬੱਚਿਆਂ ਨੂੰ। ਕਿਹੜੇ ਡਿਪਾਰਟਮੈਂਟ 'ਚੋਂ ਤੁਸੀਂ? ਆਪਾਂ ਇਸ ਰੈਫਰੀਜਰੇਸ਼ਨ 에ਅਰ ਕੰਡੀਸ਼ਨ ਦੇ ਵਿੱਚ। ਤੇ ਕਿਸ ਤਰ੍ਹਾਂ ਬੱਚਿਆਂ ਨੂੰ ਕੀ ਸਿਖਾ ਰਹੇ ਹੋ ਔਰ ਫਸਟ ਈਅਰ ਬੱਚੇ ਸੈਕੰਡ ਈਅਰ ਬੱਚੇ? ਸਾਡੇ ਕੋਲ ਦੋਨੋਂ ਹੀ ਹੈ ਲੈਬ ਦੇ ਵਿੱਚ, ਫਸਟ ਈਅਰ ਦੇ ਵੀ ਹੁੰਦੇ ਨੇ, ਸੈਕੰਡ ਈਅਰ ਦੇ ਵੀ ਹੁੰਦੇ ਨੇ। ਬੇਸਿਕਲੀ ਜਿਹੜੇ ਫਸਟ ਈਅਰ ਵਾਲੇ ਹੁੰਦੇ ਨੇ ਉਹਨਾਂ ਨੂੰ ਅਸੀਂ ਜਰਨਲ ਸੇਫਟੀ ਹੋ ਗਈ, ਛੋਟੀ ਜਿੰਨੀ ਮਸ਼ੀਨਾਂ ਹੈਗੀਆਂ ਉਹਦੇ ਬਾਰੇ ਅਵੇਅਰਨੈਸ ਔਰ ਪ੍ਰੈਕਟੀਕਲ ਕਰਨਾ ਸਾਰਾ। ਔਰ ਜਿਹੜੇ ਸੈਕੰਡ ਈਅਰ ਦੇ ਹੁੰਦੇ ਨੇ ਉਹਨਾਂ ਦੀ ਅਸੀਂ ਕਮਰਸ਼ੀਅਲ ਜਿਹੜੀ ਟ੍ਰੇਨਿੰਗ ਹੁੰਦੀ ਹੈ ਉਹ ਵੀ ਉਹਨਾਂ ਨੂੰ ਪ੍ਰੋਵਾਈਡ ਕਰਵਾਉਂਦੇ ਹਾਂ ਤੇ ਸਾਡੇ ਕੋਲ ਜਿਹੜੀ ਕਮਰਸ਼ੀਅਲ ਮਸ਼ੀਨਾਂ ਨੇ ਉਹਨਾਂ ਦੇ ਬਾਰੇ ਵੀ ਉਹਨਾਂ ਨੂੰ ਦੱਸਦੇ ਹੈਗੇ ਆ ਪਲਾਂਟ ਵਗੈਰਾ ਵਾਸਤੇ। ਤੇ ਤੁਸੀਂ ਦੱਸੋ ਸਾਨੂੰ ਕਿਸ ਤਰ੍ਹਾਂ ਬੱਚਿਆਂ ਨੂੰ ਕੁਝ ਕਰਵਾ ਰਹੇ ਹੋ ਔਰ ਬੱਚਿਆਂ ਦਾ ਥੋੜਾ ਜਿਹਾ। ਜਿੱਦਾਂ ਕਿ ਆ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਬੱਚੇ ਸਾਡਾ ਕੰਪਰੈਸਰ ਹੈ, ਇਹਦੇ ਵਿੱਚ ਵਾਈਂਡਿੰਗ ਹੁੰਦੀ ਹੈ, ਜਿਵੇਂ ਸ਼ੋਰਟ ਆਫ ਵਾਈਂਡਿੰਗ ਹੈ ਤੇ ਉਹ ਚੈੱਕ ਕਰ ਰਹੇ ਨੇ ਕਿ ਕਿਵੇਂ ਸਾਡੀ ਵਾਈਂਡਿੰਗ ਜਿਹੜੀ ਹੈ ਕਿੱਧਰੋਂ ਸ਼ੋਰਟ ਹੈਗੀ ਹੈ ਤੇ ਉਹਨੂੰ ਕਿੱਦਾਂ ਰਿਪੇਅਰ ਕੀਤਾ ਜਾਏ। थैंक यू सर। क्या नाम है बेटा आपका? दिनकर नाम है। दिनकर, क्या कर रहे हो आप और कौन सी इसमें हो, फर्स्ट ईयर में हो सेकंड ईयर में? फर्स्ट ईयर में मैम। फर्स्ट ईयर में क्या सीख रहे हो यहाँ पर आप? मैम यहाँ पे प्रैक्टिकल चल रहा है, मोटर की बाइंडिंग कहीं से ब्रेक हो रखी है उसको चेक कर रहे हैं कहाँ से ब्रेक हो रखी है। इसमें फाइंड आउट करना है, मतलब जैसे मेन कौन सा कनेक्शन है, रनिंग कौन सा, स्टार्टिंग कौन सा, ये फाइंड कर रहे हैं। तो आप यही काम क्यों सीखना चाहते हैं? मैम मेरे को ये इस चीज़ों में मतलब इंटरेस्ट था शुरू से, मतलब तो इसलिए मैंने यहाँ पे एडमिशन लिया है। और मेरे को आगे मतलब इसका एसी का थोड़ा बहुत जैसे ह्यूमिडिटी बढ़ रही है, गर्मी और भी ज़्यादा बढ़ रही है, महीना ज़्यादा हो रहा है, उसी चक्कर में मेरे को इंटरेस्ट आया कि मुझे RAC का मतलब काम करना है। टीचर्स आपको यहाँ पर कैसे सिखा रहे हो, कितना सपोर्ट है टीचर्स? बहुत रोल है यहाँ पे मैम, अच्छे से सिखा रहे, प्रैक्टिकल हो रहा है हमारा, थ्योरी भी होता है और मतलब कम्युनिकेशन भी सिखाया जाता है, कैसे कस्टमर से बाहर कैसे बात करना वो सब भी सिखाया जा रहा है हमें। आपको यहाँ पे सीख के कैसा लग रहा है आपको? अच्छा लग रहा है मैम, अच्छा एक्सपीरियंस रहा। आप औरों को भी सपोर्ट करना चाहेंगे, बताना चाहेंगे? यस मैम, मतलब यहाँ पे वैल्यू फॉर मनी है मैम यहाँ पे, मतलब एक तरीके से यहाँ पे मतलब वेस्ट नहीं होगा। यहाँ पर आप क्या सीख रहे हो और फर्स्ट ईयर में हो सेकंड ईयर में? मैम फर्स्ट ईयर में। क्या सीख रहे हो बेटा यहाँ पर? मैम यहाँ पे कंप्रेसर का कनेक्शन सीख रहे हैं। तो आपको यहाँ पर किस तरीके से का सपोर्ट किया जाता है, टीचर्स द्वारा कैसे आपको सपोर्ट करते हैं? मैम हर प्रकार से हमें सपोर्ट मिलता है, थ्योरी से भी मिलता है, प्रैक्टिकल भी मिलता है। मैम ये कंप्रेसर है, रोटरी कंप्रेसर, इसके कनेक्शन से PCB, ये CSR कॉमन स्टार्टर एंड रनिंग, उसके कनेक्शन कर रहे हैं कैपेसिटर की मदद से। तो आप यही काम क्यों सीखना चाहते हैं? मैम स्टार्टिंग से इंटरेस्ट ही इसी में था। तो अभी टीचर्स द्वारा आपको कितना सपोर्ट कर रहे हैं? मैम हर प्रकार से सपोर्ट मिलता है, हमें थ्योरीज पे भी सपोर्ट मिलता है, प्रैक्टिकल में भी मिलता है। अगर प्रैक्टिकल में कोई उलझन होती है तो हम सर से पूछते हैं, सर हमें पूरा क्लियर करते हैं डाउट। हम थ्योरी से भी क्लियर होता है पूरा डाउट, अगर कोई डाउट रहता भी है तो हम सर से पूछ भी सकते, कभी भी पूछ सकते हैं हम सर से। ਸਰ ਤੁਸੀਂ ਬੱਚਿਆਂ ਨੂੰ ਟ੍ਰੇਨਿੰਗ ਵਗੈਰਾ ਵਾਸਤੇ ਵੀ ਸਪੋਰਟ ਕਰਦੇ ਹੋ, ਕਿਸ ਤਰੀਕੇ ਨਾਲ ਕਰਦੇ ਹੋ? ਮੈਮ ਸਾਡੇ ਕੋਲ ਬਹੁਤ ਵਧੀਆ ਇੱਕ ਹੈਗਾ ਗੁਰਦੁਆਰਾ ਕਮੇਟੀ ਦਾ ਇੰਸਟੀਚਿਊਟ ਹੈ, ਤੁਸੀਂ ਜਾਣਦੇ ਹੋ। ਤੇ ਲਾਸਟ ਟਾਈਮ ਆਪਾਂ ਕਰੋਨਾ ਤੋਂ ਪਹਿਲੇ ਸਾਨੂੰ ਮੌਕਾ ਮਿਲਦਾ ਸੀ ਜਿੰਨੇ ਵੀ ਗੁਰਦੁਆਰੇ ਨੇ ਦਿੱਲੀ ਦੇ, ਤੇ ਅਸੀਂ ਆਪਣੇ ਸਟੂਡੈਂਟਸ ਨੂੰ ਲੈ ਕੇ ਜਾਂਦੇ ਸੀ ਉੱਥੇ। ਤੁਹਾਨੂੰ ਪਤਾ ਬਹੁਤ ਜ਼ਿਆਦਾ AC ਲੱਗੇ ਹੁੰਦੇ ਨੇ ਗੁਰਦੁਆਰਿਆਂ ਦੇ ਵਿੱਚ, ਸਕੂਲਾਂ ਦੇ ਵਿੱਚ, ਤੇ ਸਾਨੂੰ ਇੱਕ ਬੈਨੀਫਿਟ ਮਿਲਦਾ ਸੀ ਕਿ ਬੱਚਿਆਂ ਨੂੰ ਟ੍ਰੇਨਿੰਗ ਤੇ ਆਪਾਂ ਉੱਥੇ ਲੈ ਕੇ ਜਾਂਦੇ ਸੀ, ਇਹਨਾਂ ਨੂੰ ਕੰਮ ਵੀ ਸਿੱਖਣ ਨੂੰ ਮਿਲ ਜਾਂਦੇ ਸੀ, ਗੁਰਦੁਆਰੇ ਦੇ ਵਿੱਚ ਸਾਡੀ ਸੇਵਾ ਵੀ ਹੋ ਜਾਂਦੀ ਸੀ, ਜਿਹਦੇ ਨਾਲ ਸਾਡਾ ਬੱਚਾ ਬਹੁਤ ਅੱਛੇ ਤਰੀਕੇ ਨਾਲ ਟ੍ਰੇਨ ਹੋ ਜਾਂਦਾ ਸੀ। ਤੇ ਬਾਕੀ LG ਦੇ ਵਿੱਚ ਲਾਸਟ ਟਾਈਮ ਤੋਂ ਆਪਾਂ ਟ੍ਰੇਨਿੰਗ ਬੱਚਿਆਂ ਦੀ OGT ਸਟਾਰਟ ਕੀਤੀ ਹੋਈ ਹੈ, ਤੇ ਹੁਣੇ ਵੀ ਮੇਰੀ ਅੱਧੀ ਕਲਾਸ ਉੱਥੇ ਹੀ ਗਈ ਹੋਈ ਹੈ ਟ੍ਰੇਨਿੰਗ ਤੇ, ਨਹੀਂ ਤਾਂ ਹੋਰ ਵੀ ਬੱਚੇ ਤੁਹਾਨੂੰ ਮਿਲਦੇ। ਬਾਕੀ ਜਿਸ ਤਰ੍ਹਾਂ ਸਾਨੂੰ ਕਮਰਸ਼ੀਅਲਾਈਜ਼ ਹੋਰ ਮਿਲਦੇ ਰਹਿੰਦੇ ਨੇ, ਆਪਾਂ ਇੱਥੇ ਟ੍ਰੇਨਿੰਗ ਕਰਵਾਉਂਦੇ ਹਾਂ ਤੇ ਇੰਟਰਵਿਊ ਵੀ ਰਖਵਾਉਂਦੇ ਹਾਂ ਬੱਚਿਆਂ ਦੇ, ਉਹਦੇ ਨਾਲ ਵੀ ਬੱਚਿਆਂ ਨੂੰ ਐਕਸਪੀਰੀਅੰਸ ਮਿਲਦਾ ਕਿ ਇੰਟਰਵਿਊ ਦੇਣਾ ਕਿੱਦਾਂ। ਤੇ ਕਈ ਬੱਚੇ ਜਿਹੜੇ ਅੱਛੇ ਹੁੰਦੇ ਨੇ ਪ੍ਰੈਕਟੀਕਲ ਦੇ ਵਿੱਚ ਔਰ ਥਿਓਰੀ ਦੇ ਵਿੱਚ, ਤੇ ਕੰਪਨੀਆਂ ਇੱਧਰੋਂ ਹੀ ਉਹਨਾਂ ਨੂੰ ਪਹਿਲੇ ਹੀ ਲੈ ਜਾਂਦੀਆਂ ਨੇ, ਭਾਵੇਂ ਉਹਨਾਂ ਦੇ ਸੈਕੰਡ ਈਅਰ ਦੇ ਅਜੇ ਪੇਪਰ ਹੋਣੇ ਬਾਕੀ ਹੁੰਦੇ ਨੇ, ਤਾਂ ਵੀ ਕੰਪਨੀਆਂ ਉਹਨਾਂ ਨੂੰ ਸਿਲੈਕਟ ਕਰ ਲੈਂਦੀਆਂ ਨੇ ਕਿ ਭਈਆ ਪੇਪਰ ਦੇ ਬਾਅਦ ਤੁਸੀਂ ਪੇਪਰ ਦੋ ਔਰ ਸਾਡੇ ਕੋਲ ਆ ਜਾਓ। OGT ਜਿਹੜੀ ਅਸੀਂ ਕਰਵਾਉਂਦੇ ਉਹਦਾ ਬੈਨੀਫਿਟ ਇਹ ਮਿਲਦਾ ਕਿ ਬੱਚਿਆਂ ਨੂੰ ਬਾਹਰ ਮਾਰਕੀਟ ਦਾ ਐਕਸਪੀਰੀਅੰਸ ਹੋ ਜਾਂਦਾ
ਰਹਿੰਦਾ ਕਿ ਨਵੀਂ ਮਸ਼ੀਨ ਕਿਹੜੀ ਆ ਰਹੀ ਹੈ, ਕਿਉਂਕਿ ਸਾਡੀ ਜਿੰਨੀ ਵੀ ਹੁਣ ਅਜੇ ਹੋਰ ਵੀ ਸਾਡਾ ਮਸ਼ੀਨ ਪਾਸ ਹੋਈ ਹੈ, ਵਰਲਡ ਬੈਂਕ ਤੋਂ ਗ੍ਰਾਂਟ ਸਾਨੂੰ ਮਿਲੀ ਹੈ। ਇਹ ਵੀ ਬਹੁਤ ਖੁਸ਼ਖਬਰੀ ਵਾਲੀ ਨਿਊਜ਼ ਹੈ ਸਾਡੇ ਵਾਸਤੇ ਤੇ ਗੁਰਦੁਆਰਾ ਕਮੇਟੀ ਵਾਸਤੇ ਵੀ। ਸਾਡੇ ਸਟਾਫ ਨੇ ਵੀ ਬੜੀ ਮਿਹਨਤ ਕੀਤੀ ਹੈ ਉਹਦੇ ਵਾਸਤੇ। ਤੇ ਸਾਡੀ ਲੈਬ ਵੈਸੇ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਹਾਈਟੈਕ ਹੈਗੀ ਹੈ, ਤੇ ਹੁਣ ਜਿਹੜੀ ਮਸ਼ੀਨਰੀ ਸਾਡੇ ਕੋਲ ਆ ਰਹੀ ਹੈ ਕਮਰਸ਼ੀਅਲ, ਤੇ ਸਾਡੀ ਲੈਬ ਹੋਰ ਹਾਈਟੈਕ ਹੋ ਜਾਏਗੀ, ਜਿਹਦੇ ਵਿੱਚ ਸਾਨੂੰ ਵੀ ਬਹੁਤ ਚੀਜ਼ਾਂ ਅਪਗ੍ਰੇਡ ਅਸੀਂ ਵੀ ਹੋ ਜਾਵਾਂਗੇ ਤੇ ਬੱਚਿਆਂ ਨੂੰ ਸਿਖਾਉਣ ਦੀ ਸਾਨੂੰ ਵੀ ਮਿਲੇਗਾ ਮੌਕਾ ਕਿ ਨਵੀਂ ਮਸ਼ੀਨਾਂ ਬਾਰੇ ਇਹਨਾਂ ਨੂੰ ਬਾਹਰ ਜਾ ਕੇ ਈਜ਼ਲੀ, ਬੜਾ ਈਜ਼ਲੀ ਜਿਵੇਂ ਸੀਗਾ ਕਮਰਸ਼ੀਅਲ ਮਸ਼ੀਨਾਂ 'ਤੇ ਵੀ ਕੰਮ ਕਰ ਸਕਦੇ ਨੇ, ਇਹਨਾਂ ਨੂੰ ਕੋਈ ਦਿੱਕਤ ਨਹੀਂ ਆਏਗੀ। ਇੱਥੇ ਹੀ ਬਹੁਤ ਵੈਲ ਟ੍ਰੇਨਿੰਗ ਹੋ ਜਾਏਗੀ ਹੋਰ ਇਹਨਾਂ ਦੀ ਉਹਦੇ ਨਾਲ। ਥੈਂਕ ਯੂ ਸਰ, ਬਹੁਤ ਅੱਛਾ ਤੁਸੀਂ ਬੱਚਿਆਂ ਨੂੰ ਸਿਖਾ ਰਹੇ ਹੋ ਔਰ ਬੱਚਿਆਂ ਨੂੰ ਬਹੁਤ ਸਪੋਰਟ ਕਰ ਰਹੇ ਹੋ, ਬੱਚੇ ਵੀ ਬਹੁਤ ਖੁਸ਼ ਨੇ। ਥੈਂਕ ਯੂ। ਵੈਲਕਮ। ਹੁਣ ਅਸੀਂ ਆਏ ਹਾਂ ਸ਼੍ਰੀ ਰਜੀਸ਼ਨ ਦੇ ITI ਡਿਪਾਰਟਮੈਂਟ ਦੇ HR ਹੈੱਡ ਦੇ ਕੋਲ। ਪ੍ਰੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਤੁਹਾਡੇ ਉੱਤੇ ਤਾਂ ਬੜੀ ਜ਼ਿੰਮੇਵਾਰੀ ਹੈ ਬੱਚਿਆਂ ਦਾ ਫਿਊਚਰ ਸਿਕਿਉਰ ਕਰਨ ਦਾ। ਤੇ ਥੋੜਾ ਤੁਸੀਂ ਦੱਸੋ ਕਿ ਪਹਿਲੇ ਅਗਰ ਦੇਖੀਏ ਅਸੀਂ ਕਿ ਲਾਸਟ ਬਿਫੋਰ ਕਰੋਨਾ ਕੀ ਟ੍ਰੈਂਡ ਸੀ ਪਲੇਸਮੈਂਟ ਦਾ, ਤੇ ਆਫਟਰ ਕਰੋਨਾ ਕੀ ਸ਼ਿਫਟ ਆਇਆ, ਥੋੜਾ ਉਹਦੇ ਬਾਰੇ ਤੁਸੀਂ ਦੱਸੋ। ਦੇਖੋ ਜੀ, ਇਹ ਤੇ ਵਾਹਿਗੁਰੂ ਦੀ ਮਿਹਰ ਹੈ, ਮੈਨੂੰ ਬਹੁਤ ਵੱਡੀ ਰਿਸਪੌਂਸਿਬਿਲਿਟੀ ਮਿਲੀ ਹੈ ਕਿ ਮੈਂ ਬੱਚੇ ਦਾ ਕਰੀਅਰ ਬਣਾ ਪਾਵਾਂ, ਕੁਛ ਕੋਸ਼ਿਸ਼ ਕਰ ਪਾਵਾਂ। ਦੇਖੋ ਮੇਰੇ ਹੱਥ ਕੁਛ ਨਹੀਂ ਹੈ, ਬੱਚੇ ਦੀ ਆਪਣੀ ਕਿਸਮਤ ਹੁੰਦੀ ਹੈ, ਬੱਚੇ ਦੀ ਮਿਹਨਤ ਹੁੰਦੀ ਹੈ, ਵਾਹਿਗੁਰੂ ਦਾ ਹੱਥ ਹੁੰਦਾ ਹੈ। ਲੇਕਿਨ ਇਹ ਹੈ ਕਿ ਮੈਂ ਇਹ ਨਹੀਂ ਕਹਾਂਗਾ ਮੈਂ ਇਕੱਲਾ ਇਹ ਕੰਮ ਕਰਨਾ, ਮੇਰੀ ਪੂਰੀ ਡੈਡੀਕੇਟਿਡ ਟੀਮ ਹੈਗੀ, ਟੀਚਰਸ ਹੈਗੇ ਨੇ, ਮੇਰੇ ਸਟਾਫ ਬੰਦੇ ਹੈਗੇ ਨੇ, ਪ੍ਰਿੰਸੀਪਲ ਸਾਹਿਬ ਹੈਗੇ ਨੇ, ਜਿਹੜੇ ਹਰ ਪਲ ਸਾਥ ਦਿੰਦੇ ਨੇ, ਹਰ ਬੰਦਾ ਮੇਰਾ ਸਾਥ ਦਿੰਦਾ, ਤਾਂ ਬੱਚਿਆਂ ਦੀ ਪਲੇਸਮੈਂਟ ਹੁੰਦੀ ਹੈ। ਤੇ ਬਾਕੀ ਗੱਲ ਰਹੀ ਕਰੋਨਾ ਤੋਂ ਪਹਿਲੇ ਦੀ, ਤੇ ਕਰੋਨਾ ਤੋਂ ਪਹਿਲੇ ਸਾਡੀ ਐਡਮਿਸ਼ਨ ਅੱਛੀ ਸੀ, ਬੱਚੇ ਵੀ ਆਉਂਦੇ ਸੀ, ਇੰਟਰਸਟ ਦਿਖਾਉਂਦੇ ਸੀ, ਹਰ ਕੰਮ ਕਰਦੇ ਸੀ, ਤੇ ਉਹਨਾਂ ਦੀ ਪਲੇਸਮੈਂਟ ਵੀ ਹੁੰਦੀ ਸੀ। ਲੇਕਿਨ ਕਰੋਨਾ ਤੋਂ ਬਾਅਦ ਜਿਵੇਂ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਬਹੁਤ ਹੀ ਬੁਰੀ ਹਾਲਾਤ ਹੋਈ ਐਜੂਕੇਸ਼ਨ ਸਿਸਟਮ ਦੀ, ਭਾਵੇਂ ਉਹ ਤੁਸੀਂ ਸਕੂਲਿੰਗ ਲਓ, ਭਾਵੇਂ ਕਾਲਜਿੰਗ ਲਾਈਫ ਲਓ, ਭਾਵੇਂ ਬੀਟੈਕ ਲਾਈਫ ਲਓ, ਕੁਛ ਵੀ ਲਓ, ਤੇ ਹਰ ਚੀਜ਼ ਵਿੱਚ ਹਰ ਕੋਈ ਡਰਦਾ ਸੀ। ਇੱਕ ਤੇ ਪਹਿਲੇ ਉਹਨਾਂ ਦਾ ਕੰਮ ਦਾ ਬੜਾ ਲਾਸ ਹੋਇਆ ਸਭ ਦਾ, ਜਿਸ ਕਾਰਨ ਉਹਨਾਂ ਨੇ ਬੱਚਿਆਂ ਦੇ ਐਡਮਿਸ਼ਨ ਹੀ ਨਹੀਂ ਕਰਾਏ, ਭਾਵੇਂ ਸਕੂਲ ਲਾਈਫ ਲੈ ਲਓ, ਭਾਵੇਂ ਕਾਲਜ ਲਾਈਫ ਲੈ ਲਓ, ITI ਲੈ ਲਓ। ਤੇ ਉਹ ਚੱਕਰ ਵਿੱਚ ਸਾਨੂੰ ਵੀ ਬਹੁਤ ਜ਼ਿਆਦਾ ਦੇਖੋ ਜੀ ਲਾਸ ਹੋਇਆ, ਸਾਡੀ ਐਡਮਿਸ਼ਨਸ ਘੱਟ ਸੀ, ਪਰ ਫਿਰ ਵੀ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਸਭ ਨੇ ਮਿਹਨਤ ਕੀਤੀ। ਸਾਡੇ ਕੋਲ ਜਿੰਨੀ ਵੀ ਐਡਮਿਸ਼ਨਸ ਆਈਆਂ, ਅਸੀਂ ਆਲਮੋਸਟ ਔਨ ਰਿਕਾਰਡ ਮੈਂ ਦੱਸ ਸਕਦਾ ਕਿ 2020 ਤੋਂ ਬਾਅਦ ਜਿਹੜਾ ਹੈਗਾ ਕਰੋਨਾ ਕਾਲ ਜਦੋਂ ਖਤਮ ਹੋਇਆ, ਉਸ ਤੋਂ ਬਾਅਦ ਜਦੋਂ ਦੁਬਾਰਾ ਇਹ ਕੰਮ ਸ਼ੁਰੂ ਹੋਇਆ, ਤੇ ਮੇਰੇ ਕੋਲ ਹੁਣੇ ਤੱਕ 70 ਤੋਂ ਲੈ ਕੇ 80% ਦੀ ਬੱਚਿਆਂ ਦੀ ਪਲੇਸਮੈਂਟ ਦੇ ਰਿਕਾਰਡ ਹੈਗੇ ਨੇ। ਈਵਨ ਮੈਂ ਹੁਣੇ ਵੀ ਤੁਹਾਡੇ ਨੂੰ ਰੂਬਰੂ ਕਰਾਵਾਂ ਤੇ ਮੇਰੇ ਕੋਲ ਫਿਲਹਾਲ ਹਲੇ ਜਿਹੜੇ ਜੌਬ ਓਪਰਚੁਨਿਟੀਜ਼ ਆਉਂਦੀਆਂ ਨੇ, ਮੇਰੇ ਕੋਲ ਬੱਚੇ ਘੱਟ ਪੈ ਜਾਂਦੇ ਨੇ ਤੇ ਮੇਰੇ ਕੋਲ ਓਪਰਚੁਨਿਟੀਜ਼ ਬਹੁਤ ਜ਼ਿਆਦਾ ਹੋ ਜਾਂਦੀਆਂ ਨੇ। ਤੇ ਤੁਸੀਂ ਇਹ ਗੱਲ ਦੱਸੋ ਕਿ ਸਭ ਤੋਂ ਪਹਿਲਾ ਜਿਹੜਾ ਪਹਿਲੂ ਹੈ ਇੰਡਸਟਰੀ ਇੰਟੀਗ੍ਰੇਟਿਡ ਪ੍ਰੋਗਰਾਮਸ ਦੇ ਵਿੱਚ ਇੰਟਰਨਸ਼ਿਪ ਦਾ। ਹਾਂਜੀ। ਤੇ ਪਹਿਲੇ ਤੁਸੀਂ ਫਸਟ ਈਅਰ ਦੇ ਸਟੂਡੈਂਟ ਜਿਹੜੇ ਇੰਟਰਨਸ਼ਿਪ ਦੇ ਵਿੱਚ ਜਾਂਦੇ ਆ, ਤੇ ਉਹਨਾਂ ਦੇ ਲਈ ਤੁਸੀਂ ਕਿਸ ਤਰੀਕੇ ਨਾਲ ਕੋਆਰਡੀਨੇਟ ਕਰਦੇ ਹੋ ਕੋਆਪਰੇਟਸ ਦੇ ਨਾਲ ਕਿ ਉਹਨਾਂ ਨੂੰ ਉਹ ਇਨਟੇਕ ਲੈ ਐਜ਼ ਇੰਟਰਨਸ? ਹਾਂਜੀ, ਸਾਡੇ ਜਿਹੜੇ ਨਾਲ ਦੇ ਟੀਚਰਸ ਹੈਗੇ ਨੇ ਜਾਂ ਜੋ ਵੀ ਫਰੈਂਡਸ ਵਿੱਚ ਹੈਗੇ ਨੇ, ਰਿਲੇਟਿਵਸ ਵਿੱਚ ਹੈਗੇ ਨੇ, ਜਾਂ ਸਾਡੇ ਸੀਨੀਅਰ ਐਲੂਮੀਨਾਈ ਹੈਗੇ ਨੇ, ਅਸੀਂ ਉਹਨਾਂ ਨਾਲ ਕੰਟੈਕਟ ਕਰਨੇ ਆ ਤੇ ਉਹਨਾਂ ਨੂੰ ਰਿਕੁਐਸਟ ਕਰਨਾ ਕਿ ਜੋ ਤੁਸੀਂ ਅੱਜ ਇਸ ਇੰਸਟੀਚਿਊਟ ਤੋਂ ਲੈ ਕੇ ਗਏ ਹੋ ਨੌਲੇਜ, ਉਹ ਨੌਲੇਜ ਬੱਚਾ ਵੀ ਜਿਹੜਾ ਇੱਥੇ ਪੜ੍ਹ ਰਿਹਾ ਉਹਨੂੰ ਵੀ ਇਹ ਗੇਨ ਹੋਵੇ। ਤੇ ਅਸੀਂ ਉਹਨਾਂ ਨਾਲ ਕੰਟੈਕਟ ਕਰਨੇ ਆ, ਪਰਸਨਲੀ ਮੀਟਿੰਗਸ ਕਰਦੇ ਆ, ਕਾਲਸ ਦੇ ਉੱਤੇ, ਟੈਲੀਫੋਨਿਕਲੀ ਜਾਂ ਮੇਲਸ ਦੇ ਉੱਤੇ ਅਸੀਂ ਕੰਟੈਕਟ ਕਰਕੇ ਬੱਚਿਆਂ ਨੂੰ ਇੰਟਰਨਸ਼ਿਪ ਪ੍ਰੋਵਾਈਡ ਕਰਾਉਂਦੇ ਆ। ਫਸਟ ਈਅਰ ਵਾਲੇ ਬੱਚੇ ਵੀ ਜਾਂਦੇ ਨੇ ਤੇ ਸੈਕੰਡ ਈਅਰ ਵਾਲੇ ਬੱਚੇ ਵੀ ਜਿਹੜੇ ਹੈਗੇ ਨੇ ਉਹ ਜਾਂਦੇ ਨੇ ਇੰਟਰਨਸ਼ਿਪ ਵਾਸਤੇ। ਤੇ ਤੁਹਾਡਾ ਐਲੂਮੀਨਾਈ ਨੈਟਵਰਕ ਜਿਹੜਾ ਪਹਿਲੇ ਪਾਸ ਆਊਟ ਸਟੂਡੈਂਟਸ ਹੈ, ਉਹਨਾਂ ਦੀ ਕੰਟਰੀਬਿਊਸ਼ਨ ਇੰਟਰਨਸ਼ਿਪ ਦੇ ਲਈ ਤੇ ਪਲੇਸਮੈਂਟ ਦੇ ਲਈ ਐਕਟਿਵਲੀ ਕਿੰਨੀ ਤੁਹਾਡੇ ਨਾਲ ਕੋਆਰਡੀਨੇਟ ਕਰਦੀ ਹੈ? ਬਹੁਤ ਕੰਟੈਕਟ ਕਰਦੀ ਜੀ, ਬਹੁਤ। ਉਹ ਸਾਡੀ ਹੈਲਪ ਕਰਦੇ ਨੇ। ਦੇਖੋ ਜੀ, ਸਭ ਤੋਂ ਵੱਡਾ ਪ੍ਰਮੋਟਰ ਕਿਸੇ ਵੀ ਇੰਸਟੀਚਿਊਟ ਦਾ ਬੱਚਾ ਹੀ ਹੁੰਦਾ,
ਤੇ ਬੱਚਾ ਇੱਧਰੋਂ ਅੱਛਾ ਸਿੱਖ ਕੇ ਜਾਏਗਾ, ਅੱਛਾ ਇਨਵਾਇਰਨਮੈਂਟ ਮਿਲੇਗਾ, ਅੱਛੀ ਕੁਆਲਿਟੀ ਮਿਲੇਗੀ, ਓਬਵੀਅਸਲੀ ਉਹ 4 ਬੰਦਿਆਂ ਨੂੰ ਹੋਰ ਰੈਫਰ ਕਰਦਾ ਹੈ ਤੇ ਸਾਡੇ ਐਲੂਮਨਾਈ ਇਸ ਚੀਜ਼ ਵਿੱਚ ਸਾਡੀ ਕਾਫੀ ਹੈਲਪ ਕਰਦੇ ਨੇ, ਨੋ ਡਾਊਟ। ਤੇ ਦੂਜਾ ਜਿਹੜਾ ਇਸ ਤਰੀਕੇ ਦਾ ਤੁਹਾਡਾ ਸਿਸਟਮ ਹੈ ਜਿਹਦੇ ਮਾਰਕੀਟਿੰਗ ਤੇ ਤੁਸੀਂ ਐਡਮਿਸ਼ਨ ਦੇ ਲਈ ਪੈਨ ਇੰਡੀਆ ਕਰਦੇ ਹੋ ਤੇ ਇੰਟਰਨਸ਼ਿਪ ਐਂਡ ਪਲੇਸਮੈਂਟ ਦੇ ਲਈ ਵੀ ਪੈਨ ਇੰਡੀਆ ਕੋਸ਼ਿਸ਼ਾਂ ਜਾਰੀ ਰਹਿੰਦੀ ਹੈ? ਨਹੀਂ, ਕੋਸ਼ਿਸ਼ ਸਾਡੀ ਇਹੀ ਰਹਿੰਦੀ ਹੈ ਕਿ ਇੰਟਰਨਸ਼ਿਪ ਵਾਸਤੇ ਬੱਚਾ ਜਿਹੜਾ ਨੀਅਰ ਬਾਈ ਹੀ ਜਾਏ, ਕਿਉਂਕਿ ਉਹਨੇ ਨਾਲ ਇੰਟਰਨਸ਼ਿਪ ਦੇ ਨਾਲ ਟੈਕਨੀਕਲ ਜਿਹੜਾ ਅਕੈਡਮਿਕ ਹੈ ਪੜ੍ਹਾਈ ਉਹ ਵੀ ਕਰਨੀ ਪੈਂਦੀ ਉਹਨੂੰ, ਕਦੀ ਉਹਨੂੰ ਅਸੀਂ ਐਕਸਟਰਾ ਟਾਈਮ ਵੀ ਦਿੰਦੇ ਆ। ਤੇ ਪੈਨ ਇੰਡੀਆ ਬੇਸਿਸ ਤੇ ਫਿਲਹਾਲ ਇੰਟਰਨਸ਼ਿਪ ਨਹੀਂ ਕਰਾਉਂਦੇ, ਲੇਕਿਨ ਪਲੇਸਮੈਂਟ ਜਿਹੜੀ ਅਸੀਂ ਪੈਨ ਇੰਡੀਆ ਤੇ ਜ਼ਰੂਰ ਕਰਾਉਂਦੇ ਹਾਂ। ਤੇ ਰਫਲੀ ਜਿਹੜੇ ਬੱਚੇ ਇਹਨਾਂ 5 ਕੋਰਸਾਂ ਤੋਂ ਪਾਸ ਆਊਟ ਹੁੰਦੇ ਆ ਤੇ ਇਹਨਾਂ ਦੀ ਰਫਲੀ ਪੈਕੇਜ ਕਿੰਨੇ ਦਾ ਲੱਗਦਾ? ਦੇਖੋ ਜੀ, ਇਹ ਡਿਪੈਂਡ ਕਰਦਾ ਹੈ। ਕਈ ਬੱਚੇ ਜਿਹੜੇ ਹੈਗੇ ਨੇ ਹਾਲੇ ਪਿਛਲੇ ਸਾਲ ਵੀ ਜਿਹੜੇ ਲੱਗੇ ਨੇ, ਕਈ ਬੱਚੇ 25,000 ਵੀ ਸਟਾਰਟਿੰਗ ਲੈ ਰਹੇ ਨੇ, 25,000 ਰੁਪਏ ਮਹੀਨਾ। ਤੇ ਔਨ ਐਨ ਐਵਰੇਜ ਅਸੀਂ ਗੱਲ ਕਰੀਏ ਤੇ ਬੱਚੇ ਨੂੰ 15,000 ਰੁਪਏ ਐਟਲੀਸਟ ਜਿਹੜੀ ਹੈ ਸਟਾਰਟਿੰਗ ਇਨਕਮ ਮੰਥਲੀ ਮਿਲ ਜਾਂਦੀ ਹੈ। ਤੇ ਕਈ ਬੱਚੇ ਜਿੱਦਾਂ ਮੈਂ ਅਸੀਂ ਇੰਟਰਵਿਊ ਲਿੱਤੀ ਹੈ, ਉਹ ਆਪਣਾ ਵੀ ਕੰਮ ਸ਼ੁਰੂ ਕਰਨ ਦੇ ਵਿੱਚ ਇੰਟਰਸਟਿਡ ਹੁੰਦੇ ਆ। ਬਿਲਕੁਲ ਬਿਲਕੁਲ। ਤੇ ਅਗਰ ਅਸੀਂ ਦੇਖੀਏ 100 ਵਿੱਚੋਂ ਕਿੰਨੇ ਪਰਸੈਂਟੇਜ ਇਹਨਾਂ ਦੇ ਕੈਂਡੀਡੇਟ ਹੁੰਦੇ ਹੋਣਗੇ ਜਿਹੜਾ ਆਪਣਾ ਕੰਮ ਸਟਾਰਟ ਕਰਦੇ ਹੋਣਗੇ ਰੈਦਰ ਦੈਨ ਗੋਇੰਗ ਫॉर ਜੌਬਸ? ਸਰ 10 to ਲੈ ਕੇ 20% ਬੱਚੇ ਤੁਸੀਂ ਕਹਿ ਸਕਦੇ ਹੋ ਕਿ ਜਿਹੜੇ ਆਪਣੀ ਸੈਲਫ ਇੰਪਲੋਇਮੈਂਟ ਵਾਸਤੇ ਜਾਂਦੇ, ਜਿਨ੍ਹਾਂ ਦਾ ਕੋਈ ਆਪਣਾ ਜਿਹੜਾ ਹੈ ਫਾਦਰ ਦਾ ਕੰਮ ਹੁੰਦਾ ਹੈ ਜਾਂ ਕੋਈ ਫੈਮਿਲੀ ਕੰਮ ਹੁੰਦਾ ਹੈ ਤੇ ਉਹਨੂੰ ਅੱਗੇ ਵਧਾਉਣ ਵਾਸਤੇ ਉਹ ਵੱਧਦੇ ਨੇ ਅੱਗੇ। ਤੇ ਇਹਦੇ ਕੋਲ ਮੈਂ ਤੁਹਾਡੇ ਨਾਲ ਇੱਕ ਹੋਰ ਗੱਲ ਪੁੱਛਣਾ ਚਾਹੁੰਦਾ ਕਿ ਜਿਹੜੀ ਸੰਗਤ ਹੈ ਜਾਂ ਜਿਹੜਾ ਅੱਜ ਤੁਹਾਨੂੰ ਸੁਣ ਰਿਹਾ ਉਹਨਾਂ ਦੇ ਲਈ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਮੈਂ ਜੀ ਇਹ ਮੈਸੇਜ ਦੇਣ ਜਾਵਾਂਗਾ ਕਿ ITI ਕੋਰਸ ਜਿਹੜਾ ਹੈਗਾ ਇੱਕ ਤੁਹਾਡੇ ਬੱਚੇ ਦੇ ਫਿਊਚਰ ਵਾਸਤੇ ਸ਼ਾਰਟਕਟ ਹੈਗਾ। ਇਹ ਬਹੁਤ ਵਧੀਆ ਸ਼ਾਰਟਕਟ ਹੈ। ਬੱਚਾ ਤੁਹਾਡਾ ਨਾ ਹੀ ਸਿਰਫ ਟੈਕਨੀਕਲ ਸਕਿੱਲ ਬਲਕਿ ਕਮਿਊਨੀਕੇਸ਼ਨ ਸਕਿੱਲ ਵੀ ਸਿੱਖਦਾ ਹੈ। ਉਹਨੂੰ ਇੱਕ ਸ਼ਾਰਟਕਟ ਵਿੱਚ ਜਿਵੇਂ 2 ਸਾਲ ਦੇ ਕੋਰਸ ਹੈਗੇ ਨੇ, 1 ਸਾਲ ਦੇ ਕੋਰਸ ਹੈਗੇ ਨੇ, ਇਹ ਕਰਕੇ ਬੱਚਾ ਜਿਹੜਾ ਹੈ ਆਪਣੇ ਪੈਰਾਂ ਤੇ ਸਟੈਂਡ ਹੋ ਸਕਦਾ ਹੈ, ਆਪਣੀ ਅਰਨਿੰਗ ਲੈ ਸਕਦਾ ਹੈ, ਫਿਊਚਰ ਵਿੱਚ ਆਪਣੀ ਹਾਇਰ ਸਟੱਡੀਜ਼ ਵੀ ਕਰ ਸਕਦਾ ਨਾਲ ਜਿਵੇਂ ਲੇਟਰਲ ਐਂਟਰੀ ਦੇ ਪ੍ਰੋਗਰਾਮਸ ਹੁੰਦੇ ਨੇ ਜਾਂ ਪਾਰਟ ਟਾਈਮ ਪ੍ਰੋਗਰਾਮਸ ਹੁੰਦੇ ਨੇ। ਬੱਚਾ ਆਪਣੀ ਐਜੂਕੇਸ਼ਨ ਵੀ ਗੇਨ ਕਰ ਸਕਦਾ ਹੈ, ਨਾਲ ਆਪਣੀ ਕਮਾਈ ਵੀ ਜ਼ਰੀਆ ਵੀ ਜਿਹੜਾ ਹੈ ਬਣਾ ਸਕਦਾ ਹੈ। ਮਤਲਬ ਇੱਕ ਇੰਡੀਪੈਂਡੈਂਟ ਨੇਚਰ ਤੁਸੀਂ ਆਪਣੇ ਬੱਚੇ ਵਾਸਤੇ ਸਟੈਂਡ ਕਰ ਸਕਦੇ ਹੋ। ਤੇ ਕਈ ਵਾਰ ਇਦਾਂ ਵੀ ਹੋਇਆ ਕਿ ਸਟੂਡੈਂਟ ਜਿਹੜਾ ਫਸਟ ਈਅਰ ਦੇ ਹੈ ਉਹਨਾਂ ਦੀ ਪਰਫਾਰਮੈਂਸ ਇਤਨੀ ਬੜੀਆ ਕਿ ਉਹਨਾਂ ਨੂੰ ਸੈਕੰਡ ਈਅਰ ਤੋਂ ਪਹਿਲੇ ਹੀ ਜੌਬ ਓਪਰਚੁਨਿਟੀ ਦੇ ਲਈ ਆਫਰ ਵੀ ਆ ਜਾਂਦਾ? ਹਾਂਜੀ, ਇਹ ਪਿਛਲੇ ਸਾਲ ਵੀ ਹੋਇਆ ਜੀ। ਜੇ ਹਲੇ ਸੈਕੰਡ ਈਅਰ ਦੇ ਬੱਚਿਆਂ ਦੇ ਪੇਪਰ ਜਸਟ ਹੋਣ ਵਾਲੇ ਸੀ ਤੇ ਉਸ ਤੋਂ ਪਹਿਲੇ ही मैंने कंपनी से जड़ी है रिक्वेस्ट आई थी कि आप बच्चों को हमारे पास भेजो, हम इनको जो है जब पेपर वाले दिन होंगे हम इनको ऑफ दे देंगे। ਇਹੋ ਜਿਹੇ ਬੱਚੇ ਵੀ ਮੇਰੇ 7-8 ਬੱਚੇ ਜਿਹੜੇ ITI ਦੇ ਨੇ ਉਹ ਵੀ ਲੱਗੇ ਸੀ ਕਿ ਉਹਨਾਂ ਦਾ ਹਲੇ ਰਿਜ਼ਲਟ ਵੀ ਨਹੀਂ ਆਇਆ ਤੇ ਬੱਚੇ ਪਹਿਲੇ ਹੀ ਪਲੇਸ ਹੋ ਗਏ ਸੀ। ਤੇ ਪ੍ਰੀਤ ਜੀ, ਤੁਹਾਡੇ ਨਾਲ ਗੱਲਬਾਤ ਕਰਨ ਤੇ ਜਿਹੜਾ ਤਰੀਕੇ ਨਾਲ ਤੁਸੀਂ ਕੋਆਰਡੀਨੇਸ਼ਨ ਐਂਡ ਆਪਣੇ ਐਫਰਟ ਦਾ ਰਹੇ ਹੋ ਉਹ ਬੜਾ ਹੀ ਸਰਾਹਨਾ ਹੈ। ਤੇ ਸਾਡੀ ਪੂਰੀ ਵੀ ਟੀਮ ਹੁਣ ਕੋਸ਼ਿਸ਼ ਕਰੇਗੀ ਕਿ ਪਹਿਲੇ ਤੇ ਤੁਹਾਡੀ ਇਹ ਮੈਸੇਜ ਜ਼ਿਆਦਾ ਤੋਂ ਜ਼ਿਆਦਾ ਸੰਗਤ ਦੇ ਕੋਲ ਪਹੁੰਚਾਏਗੀ। ਦੂਜਾ ਜਿਹੜਾ ਸਾਡਾ ਆਪਣਾ ਵੀ ਉਪਰਾਲਾ ਹੈ ਜਿਹਦੇ ਵਿੱਚ ਅਸੀਂ ਇੰਡਸਟਰੀ ਇੰਟਰਫੇਸ ਇੰਟਰਨਸ਼ਿਪ ਪਲੇਸਮੈਂਟਸ ਦੇ ਉੱਤੇ ਕੰਮ ਕਰ ਰਹੇ ਹਾਂ ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਲੋਕਾਂ ਤੱਕ ਵੀ ਤੁਹਾਡਾ ਮੈਸੇਜ ਪਹੁੰਚੇ। ਤੇ ਜਿੱਦਾਂ ਤੁਸੀਂ ਦੱਸਿਆ ਕਿ ਵੀ ਪ੍ਰਾਈਵੇਟ ਇੰਸਟੀਟਿਊਸ਼ਨ ਨੂੰ ਵੀ ਕਈ ਜਗ੍ਹਾ ਤੇ ਪ੍ਰੈਫਰੈਂਸ ਮਿਲਣੀ ਚਾਹੀਦੀ ਹੈ ਸਟੂਡੈਂਟਸ ਇਨਟੇਕ ਦੇ ਬਾਰੇ, ਜਿਹੜਾ ਹਾਲ ਫਿਲਹਾਲ ਨਹੀਂ ਹੁੰਦਾ। ਬਟ ਅਗਰ ਅਸੀਂ ਉਸ ਦੀ ਸਹੀ ਤਰੀਕੇ ਨਾਲ ਅਵੇਅਰਨੈਸ ਕਰੇ ਤੇ ਉਹ ਵੀ ਇੱਕ ਬੜਾ ਅੱਛਾ ਵਿਕਲਪ ਹੈ ਜਿੱਥੇ ਇਹ ਬੱਚੇ ਇੰਡਸਟਰੀ ਦੇ ਵਿੱਚ ਐਬਜ਼ੌਰਬ ਹੋ ਸਕਦੇ ਹਨ। ਬਾਕੀ ਸਰ ਮੈਂ ਕਹਿਣਾ ਚਾਹਾਂਗਾ ਕਿ ਹਰ ਇੰਸਟੀਟਿਊਟ ਆਪਣੇ ਪ੍ਰੋਸਪੈਕਟਸ ਵਿੱਚ ਲਿਖਦਾ ਹੈ ਕਿ 100% ਜੌਬ ਗਾਰੰਟੀ, 100% ਜੌਬ ਗਾਰੰਟੀ। ਸਾਨੂੰ ਉਹ ਸਟਾਰ ਪਾ ਕੇ ਲਿਖਣ ਦੀ ਵੀ ਲੋੜ ਨਹੀਂ ਹੈ। ਸਾਡੇ ਰਿਕਾਰਡਸ ਜਿਹੜੇ ਨੇ ਬੋਲਦੇ ਨੇ ਕਿ ਬੱਚਾ ਇੱਥੋਂ ਪਲੇਸ ਹੋ ਕੇ ਜ਼ਰੂਰ ਜਾਂਦਾ ਹੈ। ਨਹੀਂ, ਉਹ ਤੇ ਬੱਚਿਆਂ ਦੇ ਨਾਲ ਇੰਟਰੈਕਟ ਕਰਿਆ ਜਿੰਨਾ ਉਹਨਾਂ ਦਾ ਕੌਨਫੀਡੈਂਸ ਲੈਵਲ ਹੈ ਉਹ ਆਪਣੇ में बहुत बेहतरीन है। ਬਿਲਕੁਲ ਸਰ। ਤੇ ਤੁਸੀਂ ਆਪਣੀ ਵੰਡਰਫੁਲ ਸੇਵਾ ਜਾਰੀ ਰੱਖੋ। ਤੋ ਥੈਂਕ ਯੂ ਵੈਰੀ ਮਚ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਸਰ। ਸਰ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਗਗਨਦੀਪ ਸਿੰਘ। ਸਰ ਤੁਸੀਂ ਕੀ ਬੈਕਗ੍ਰਾਉਂਡ ਹੈ ਤੁਹਾਡਾ ਔਰ ਤੁਸੀਂ ਇੱਥੇ ਕੀ ਦੇਖਦੇ ਹੈਗੇ ਹੋ? ਮੈਡਮ ਮੈਂ ਸ੍ਰੀ ਗੁਰੂ ਹਰਕ੍ਰਿਸ਼ਨ ITI 'ਚ ਪਹਿਲੇ ਤਾਂ ਇੰਸਟਰਕਟਰ ਦੀ ਪੋਸਟ 'ਤੇ ਸੀ, ਬਟ ਲਾਸਟ ਈਅਰ ਮੈਂ ਐਜ਼ ਅ ਟ੍ਰੇਨਿੰਗ ਅਫਸਰ ਪ੍ਰਮੋਟ ਹੋਇਆ ਅਤੇ ਹੁਣ ਮੇਰਾ ਡੈਜ਼ਿਗਨੇਸ਼ਨ ਟ੍ਰੇਨਿੰਗ ਅਫਸਰ ਦਾ ਹੈਗਾ। ਇਹ ਬੈਕਗ੍ਰਾਉਂਡ ਕੀ ਹੈ ਤੁਹਾਡਾ ਸਰ? ਮੇਰਾ ਬੈਕਗਰਾਊਂਡ ਮੈਮ ਐਜ਼ ਅ ਇੰਜੀਨੀਅਰਿੰਗ ਲਾਈਨ ਦੇ ਵਿੱਚ ਜਾਂ ਕਿਵੇਂ ਕਹਿਣਾ? ਇੱਥੇ ਮਿਲੇਗੀ ਕਿਸ ਤਰੀਕੇ ਦਾ ਤੁਹਾਡਾ ਬੈਕਗ੍ਰਾਉਂਡ ਹੈ? ਪਿੱਛੋਂ ਪਹਿਲੇ ਕੀ ਸੀ? ਹਾਂ, ਮੈਂ ਐਜ਼ ਅ 2007 ਤੋਂ ਇੱਥੇ ਐਜ਼ ਅ ਕਰਾਫਟ ਇੰਸਟਰਕਟਰ ਇਲੈਕਟ੍ਰੋਨਿਕਸ ਦਾ ਸੀ ਤੇ ਲਾਸਟ ਈਅਰ ਹੀ ਮੈਂ ਐਜ਼ ਅ ਟ੍ਰੇਨਿੰਗ ਆਫਿਸਰ ਇੱਥੇ ਪ੍ਰਮੋਟ ਹੋਇਆ ਜੀ। ਤੇ ਫਿਲਹਾਲ ਇੱਥੇ ਤੁਸੀਂ ਕੀ ਦੇਖ ਰਹੇ ਹੈਗੇ ਹੋ ਸਰ? ਮੈਡਮ ਸਾਰੇ ਜਿੰਨੇ ਵੀ ਸੈਕਸ਼ਨ ਹੈਗੇ ਨੇ ਸਾਡੇ ਮੋਟਰ ਮਕੈਨਿਕ ਵਹੀਕਲ ਜਿਹੜਾ ਕੋਰਸ ਹੈਗਾ, ਹੋਰ ਤੁਹਾਡੇ
ਇਲੈਕਟ੍ਰੀਸ਼ੀਅਨ, ਇਲੈਕਟ੍ਰੋਨਿਕਸ, ਕੋਪਾ ਤੇ ਸਾਰੇ ਹੀ ਟ੍ਰੇਡ ਮੇਰੇ ਅੰਡਰ ਆਉਂਦੇ ਨੇ ਤੇ ਸਾਰੇ ਟ੍ਰੇਡਾਂ ਦੇ ਡੇਲੀ ਬੇਸਿਸ ਦੇ ਉੱਤੇ ਜੋ ਵੀ ਰੂਟੀਨ ਵਰਕ ਹੁੰਦਾ ਹੈ ਬੱਚਿਆਂ ਦੀ ਅਟੈਂਡੈਂਸ ਨੂੰ ਲੈ ਕੇ ਜਾਂ ਬੱਚਿਆਂ ਦੇ ਪ੍ਰੋਗਰੈਸ ਨੂੰ ਲੈ ਕੇ ਜਾਂ ਉਹਨਾਂ ਦੀ ਟ੍ਰੇਨਿੰਗ ਨੂੰ ਲੈ ਕੇ ਉਹ ਅਸੀਂ ਸਾਰੇ ਬੱਚਿਆਂ ਦੇ ਜਿਹੜੀ ਹੈ ਟੀਚਰਸ ਪ੍ਰੋਵਾਈਡ ਕਰਾਉਂਦੇ ਨੇ। ਸਾਰਾ ਡਾਟਾ ਮੇਰੇ ਕੋਲ ਸਬਮਿਟ ਕਰਾਉਂਦੇ ਨੇ ਕਿ ਅਸੀਂ ਇਹ ਲੋਕ ਅਸੀਂ ਇਸ ਵੀਕ ਦੇ ਵਿੱਚ ਇਹ ਪ੍ਰੋਗਰਾਮ ਕਰਾਉਣਾ ਹੈ, ਇਸ ਮਹੀਨੇ 'ਚ ਇਹ ਪ੍ਰੋਗਰਾਮ ਕਰਾਉਣਾ ਹੈ ਤੇ ਡੇਲੀ ਬੇਸਿਸ ਦੇ ਉੱਤੇ ਮੈਨੂੰ ਸਬਮਿਟ ਹੁੰਦਾ ਪ੍ਰੋਗਰਾਮ। ਓਕੇ ਸਰ, ਤੁਸੀਂ ਇੱਥੇ ਬੱਚਿਆਂ ਦੀ ਟ੍ਰੇਨਿੰਗ ਵਗੈਰਾ ਨੂੰ ਕੀ ਲੈ ਕੇ ਦੇਖਦੇ ਹੋ? ਕਿਸ ਤਰੀਕੇ ਨਾਲ ਰਿਪਲੇਸ ਵਗੈਰਾ ਕੀ ਹੈ ਬੱਚਿਆਂ ਵਾਸਤੇ? ਹਾਂ, ਬੱਚਿਆਂ ਨੂੰ ਮੈਮ ਜਿੰਨੀ ਅੱਛੀ ਟ੍ਰੇਨਿੰਗ ਅਸੀਂ ਵਧੀਆ ਤੋਂ ਵਧੀਆ ਟ੍ਰੇਨਿੰਗ ਪ੍ਰੋਵਾਈਡ ਕਰਾ ਸਕੀਏ ਜਾਂ ਉਸ ਦੇ ਵਿੱਚ ਕੋਈ ਕਮੀ ਰਹਿ ਰਹੀ ਹੈ ਜਾਂ ਕੋਈ ਟੀਚਰਸ ਵੱਲੋਂ ਕੋਈ ਚੀਜ਼ ਕਵਰ ਅਪ ਨਹੀਂ ਹੋ ਪਾ ਰਹੀ ਜਾਂ ਕੋਈ ਹੋਰ ਨਵਾਂ ਕੋਰਸ ਐਡ ਆਨ ਹੋਇਆ ਵਿੱਚ ਜਾਂ ਕੋਈ ਟੌਪਿਕ ਐਡ ਆਨ ਹੋਇਆ ਅਸੀਂ ਉਹਨੂੰ ਵੀ ਦੇਖਦੇ ਹਾਂ। ਜਿਹੜੇ ਹੁਣ ਵੈਸੇ ਪਿਛਲੇ ਕੁਝ ਟਾਈਮ ਪਹਿਲੇ ਕਈ ਚੀਜ਼ਾਂ ਐਡ ਆਨ ਹੋਈਆਂ ਸੀ ਕੋਰਸਿਸ ਦੇ ਵਿੱਚ, ਕੁਝ ਕਟਿੰਗ ਹੋਇਆ ਸੀ ਤੇ ਉਹ ਨਵੀਂ ਚੀਜ਼ਾਂ ਨੂੰ ਲੈ ਕੇ ਫਿਰ ਬੱਚਿਆਂ ਨੂੰ ਜੋ ਅੱਛੇ ਤੋਂ ਅੱਛੀ ਅਸੀਂ ਨੌਲੇਜ ਪ੍ਰੋਵਾਈਡ ਕਰਾ ਸਕਦੇ ਹਾਂ ਤਾਂ ਉਸ ਚੀਜ਼ ਨੂੰ ਵੀ ਲੈ ਕੇ ਥੋੜ੍ਹਾ ਜਿਹਾ ਬੱਚੇ ਦੀ ਟ੍ਰੇਨਿੰਗ ਨੂੰ ਲੈ ਕੇ ਅਸੀਂ ਦੇਖਦੇ ਹੈਗੇ ਕਿ ਹਮੇ ਇਸ ਨੂੰ ਕਿਸ ਤਰੀਕੇ ਨਾਲ ਅੱਛੇ ਤਰੀਕੇ ਨਾਲ ਬੱਚਿਆਂ ਨੂੰ ਅੱਛੀ ਟ੍ਰੇਨਿੰਗ ਪ੍ਰੋਵਾਈਡ ਕਰਾਈ ਜਾ ਸਕੇ। ਓਕੇ ਸਰ, ਥੈਂਕ ਯੂ। ਸਤਿ ਸ਼੍ਰੀ ਅਕਾਲ ਮੈਮ। ਮੈਮ ਤੁਸੀਂ ਕੀ ਨਾਮ ਹੈ ਤੁਹਾਡਾ? ਮੈਮ ਮੇਰਾ ਨਾਮ ਦਮਨਜੀਤ ਕੌਰ ਹੈ। ਦਮਨ ਮੈਮ, ਤੁਸੀਂ ਇੱਥੇ ਕੀ ਦੇਖਦੇ ਹੋ ਔਰ ਕਿਸ ਡਿਪਾਰਟਮੈਂਟ 'ਚ ਹੋ? ਔਰ ਤੁਹਾਡਾ ਬੈਕਗ੍ਰਾਉਂਡ ਕੀ ਹੈ ਮੈਮ? ਮੈਂ ਬੀਐਡ ਕੀਤੀ ਹੋਈ ਹੈ, ਬੀਐਡ ਐਂਡ ਬੀਲਿਪ ਸਾਇੰਸ ਬੈਚਲਰ ਡਿਗਰੀ ਹੈਗੀਆਂ ਮੇਰੇ ਕੋਲ ਤੇ ਮੈਂ ਇੱਥੇ ਇੱਕ ਸਬਜੈਕਟ ਹੈ ਜੋ ਸਾਰੇ ਟ੍ਰੇਡਸ ਵਾਸਤੇ ਕਾਮਨ ਹੈਗਾ ਹੈ, ਲਾਈਕ EMPLOYABILITY ਸਕਿੱਲਸ। ਕਿਉਂਕਿ ਬੱਚਾ ਕੋਈ ਵੀ ਕੋਰਸ ਕਰੇਗਾ ਨਾ ਅਲਟੀਮੇਟਲੀ ਉਹਨੇ ਬਾਹਰ ਜਾ ਕੇ ਜੌਬ ਕਰਨੀ ਹੈ, ਬਾਹਰ ਜਾ ਕੇ ਇੰਟਰਵਿਊ ਦੇਣਾ ਹੈ। ਤਾਂ ਮੇਰਾ ਸਬਜੈਕਟ ਇਹੋ ਜਿਹਾ ਹੈ ਜੋ ਬੱਚਿਆਂ ਨੂੰ ਸਿਖਾਉਂਦਾ ਹੈ ਕਿ ਤੁਸੀਂ ਕਿਵੇਂ ਇੰਟਰਵਿਊ ਫੇਸ ਕਰੋਗੇ, ਇੰਟਰਵਿਊ ਵਾਸਤੇ ਕਿਸ ਤਰ੍ਹਾਂ ਅਪਲਾਈ ਕਰਨਾ ਹੈ, ਕਿਵੇਂ ਤੁਸੀਂ ਰਿਜ਼ਿਊਮੇ ਬਣਾਉਣਾ ਹੈ, ਰਿਜ਼ਿਊਮੇ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਕਿਸ ਤਰ੍ਹਾਂ ਤੁਸੀਂ ਆਪਣੀ ਬੋਡੀ ਲੈਂਗੁਏਜ ਦੇਖਣੀ ਹੈਗੀ ਹੈ, ਜੋ ਬਹੁਤ ਕੰਮ ਆਉਂਦੇ ਹੈ ਭਾਵੇਂ ਬੱਚਾ ਮੋਟਰ ਮਕੈਨਿਕ ਕਰ ਰਿਹਾ ਹੈ, ਇਲੈਕਟ੍ਰੀਸ਼ੀਅਨ ਕਰ ਰਿਹਾ ਹੈ, ਕੋਈ ਵੀ ਕੋਰਸ ਕਰ ਰਿਹਾ ਹੈ। ਬੇਸਿਕਲੀ ਉਹਨੇ ਬਾਹਰ ਨਿਕਲਣਾ ਹੈ ਤੇ ਆਪਣਾ ਕੋਈ ਕੰਮ ਕਰਨਾ ਹੈ। ਫਿਰ ਮੇਰਾ ਦੂਜਾ ਪਾਰਟ ਹੈਗਾ ਇੰਡਸਟਰੀਜ਼ ਨਾਲ ਰਿਲੇਟਡ ਕਿ ਬੱਚੇ ਜਿਵੇਂ ਸੈਲਫ ਇੰਪਲੋਇਮੈਂਟ ਕਿਵੇਂ ਕਰ ਸਕਦੇ ਹੈ। ਤੇ ਦੂਜਾ ਮੈਂ ਲਾਇਬ੍ਰੇਰੀ ਵੀ ਦੇਖਦੀ ਹਾਂ ਕਿ ਬੱਚਿਆਂ ਨੂੰ ਕਿਵੇਂ ਟਾਈਮ ਟੂ ਟਾਈਮ ਬੁੱਕਸ ਚਾਹੀਦੇ ਹੁੰਦੇ ਨੇ, ਕੁਝ ਨੀਡੀ ਸਟੂਡੈਂਟਸ ਹੁੰਦੇ ਨੇ, ਉਹਨਾਂ ਨੂੰ ਬੁੱਕਸ ਇਸ਼ੂ ਕਰਦੇ ਹਾਂ ਤੇ ਬੱਚੇ ਹਰ ਟਾਈਮ ਪੜ੍ਹਨਗੇ ਤਾਂ ਸੀ ਨਹੀਂ। ਇੱਕ ਲਾਇਬ੍ਰੇਰੀ ਪੀਰੀਅਡ ਵੀ ਹੁੰਦਾ ਹੈ ਜਿਹਦੇ ਵਿੱਚ ਬੱਚੇ ਆ ਕੇ ਕੁਝ ਰਿਲੀਜੀਅਸ ਬੁੱਕਸ ਜਾਂ ਕੁਝ ਹੋਰ ਆਪਣੇ ਮਤਲਬ ਨਾਲ, ਆਪਣੇ ਪੈਸ਼ਨ ਨਾਲ ਰਿਲੇਟਡ, ਹੌਬੀਜ਼ ਨਾਲ ਰਿਲੇਟਡ ਬੁੱਕਸ ਵੀ ਵੇਖਦੇ ਹਾਂ ਤੇ ਉਹਨਾਂ ਦਾ ਹੌਬੀ ਟਾਈਮ ਜਿਵੇਂ ਹੁੰਦਾ ਹੈ, ਲੇਜਰ ਟਾਈਮ, ਉਹ ਕਵਰ ਹੋ ਜਾਂਦਾ ਹੈ। ਕਿੰਨੇ ਟਾਈਮ ਤੋਂ ਮੈਮ ਤੁਸੀਂ ਇੱਥੇ? ਮੈਮ ਮੈਂ ਇੱਥੇ 2011 ਤੋਂ ਹੈਗੀ ਹਾਂ, ਆਲਮੋਸਟ 13 ਸਾਲ ਹੋ ਗਏ ਹੈ ਤੇ ਸ਼ੁਰੂ ਤੋਂ ਮੈਂ EMPLOYABILITY ਸਕਿੱਲ ਹੀ ਪੜ੍ਹਾ ਰਹੀ ਹਾਂ ਤੇ ਮੈਂ ਐਡਮਿਨ 'ਚ ਵੀ ਕੰਮ ਕੀਤਾ ਵੈਸੇ ਤੇ ਮਤਲਬ ਕਿ ਸਾਰੇ ਕੰਮ ਹੀ ਕਰ ਲੈਂਦੇ ਹਾਂ, ਲੇਕਿਨ ਮੇਨ ਮੇਰਾ ਟੀਚਿੰਗ ਪਾਰਟ ਹੈਗਾ ਹੈ ਕਿਉਂਕਿ ਮੈਂ ਬੀਐਡ ਕੀਤੀ ਹੋਈ ਹੈ ਜਿਵੇਂ ਇੰਗਲਿਸ਼ ਔਰ SST 'ਚ ਤੇ ਬੱਚਿਆਂ ਨੂੰ, ਕਿਉਂਕਿ ਇਹ ਵੀ ਬਹੁਤ ਜ਼ਰੂਰੀ ਹੈ। ਬੱਚਾ ਆਪਣਾ ਟ੍ਰੇਡ ਤਾਂ ਸਿੱਖ ਲਏਗਾ, ਚਾਹੇ ਇਲੈਕਟ੍ਰੋਨਿਕਸ ਹੋਏ ਚਾਹੇ ਕੰਪਿਊਟਰ ਹੋਏ, ਲੇਕਿਨ ਉਹਨਾਂ ਨੂੰ ਜਨਰਲ ਇੰਗਲਿਸ਼ ਹੈ, ਹਾਊ ਟੂ ਕਮਿਊਨੀਕੇਟ, ਕਿਵੇਂ ਉਹ ਕਮਿਊਨੀਕੇਟ ਕਰਨਗੇ, ਕਿਉਂਕਿ ਸਬਜੈਕਟ ਦੇ ਨਾਲ ਨਾਲ ਕਮਿਊਨੀਕੇਸ਼ਨ ਸਕਿੱਲਸ ਵੀ ਆਉਣੀਆਂ ਬਹੁਤ ਜ਼ਰੂਰੀ ਨੇ ਅੱਜ ਕੱਲ੍ਹ ਦੇ ਟਾਈਮ 'ਚ ਤੇ ਉਹ ਸਭ ਵੀ ਮੇਰੇ ਕੋਰਸ 'ਚ ਕਵਰ ਹੁੰਦਾ ਹੈ। ਜੌਬ ਕਿਵੇਂ ਕਰਨੀ ਹੈ, ਕਰੀਅਰ ਕਿਵੇਂ ਬਣਾਉਣਾ ਹੈਗਾ ਤੇ ਇਹ ਸਭ ਚੀਜ਼ਾਂ ਮੇਰੇ ਸਿਲੇਬਸ 'ਚ ਕਵਰ ਹੁੰਦੀਆਂ ਨੇ। ਥੈਂਕ ਯੂ ਮੈਮ, ਬਹੁਤ ਅੱਛਾ ਲੱਗਿਆ ਤੁਹਾਨੂੰ ਮਿਲ ਕੇ। ਤੁਸੀਂ ਬੱਚਿਆਂ ਨੂੰ ਬਹੁਤ ਅੱਛੇ ਤਰੀਕੇ ਨਾਲ ਸਿਖਾ ਰਹੇ ਹੋ, ਉਹਦੇ ਵਾਸਤੇ ਬਹੁਤ ਬਹੁਤ ਧੰਨਵਾਦ। ਮੈਮ ਸਤਿ ਸ਼੍ਰੀ ਅਕਾਲ। ਮੈਮ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜਗਵਿੰਦਰ ਕੌਰ ਹੈ। ਜਗਵਿੰਦਰ ਮੈਮ, ਤੁਸੀਂ ਇੱਥੇ ਕੀ ਦੇਖਦੇ ਹੋ ਔਰ ਕੀ ਡਿਪਾਰਟਮੈਂਟ ਦੇਖਦੇ ਹੋ? ਐਜ਼ ਅ ਰਿਸੈਪਸ਼ਨਿਸਟ ਵੀ ਹੈਗੀ ਹਾਂ ਔਰ ਐਡਮਿਨ ਦਾ ਕੁਝ ਕੰਮ ਵੀ ਆਪਾਂ ਹੈਂਡਲ ਕਰਦੇ ਹਾਂ ਇੱਥੇ। ਓਕੇ, ਤੇ ਤੁਸੀਂ ਕਿਸ ਤਰੀਕੇ ਨਾਲ ਬੱਚਿਆਂ ਨੂੰ ਕੀ ਕਰਵਾਉਂਦੇ ਹੋ ਔਰ ਕਿਸ ਤਰੀਕੇ ਨਾਲ ਆਪਣਾ ਵਰਕ ਕਰਦੇ ਹੋ? ਇਹ ਕੋਰਸਿਸ ਹੈਗੇ ਨੇ ਜੋ 10th ਦੇ ਬੇਸ ਦੇ ਉੱਤੇ ਹੁੰਦੇ ਨੇ ਔਰ ITI ਸਰਟੀਫਿਕੇਟ ਕੋਰਸ ਨੇ, NCVT ਤੋਂ ਅਪਰੂਵਡ ਹੁੰਦੇ ਨੇ, ਗਵਰਨਮੈਂਟ ਤੋਂ ਐਫੀਲੀਏਟਡ ਨੇ ਔਰ ਜੋ ਵੀ ਨੋਰਮਸ ਵਗੈਰਾ ਸਭ ਗਵਰਨਮੈਂਟ ਦੇ ਫੋਲੋ ਹੁੰਦੇ ਨੇ। ਸਰਟੀਫਿਕੇਟ ਗਵਰਨਮੈਂਟ ਵੱਲੋਂ ਮਿਲਦਾ ਬੱਚਿਆਂ ਨੂੰ ਔਰ ਬੱਚਾ ਬੇਸਿਕਲੀ 10th ਪਾਸ ਹੋਣਾ ਚਾਹੀਦਾ ਤਾਂ ਐਡਮਿਸ਼ਨ ਲੈ ਸਕਦਾ ਹੈ। ਤੁਹਾਡਾ ਬੈਕਗ੍ਰਾਉਂਡ ਕੀ ਹੈ ਮੈਮ? ਮੈਂ ਐਜ਼ ਅ ਕਲਰਕ ਜੌਬ ਕਰਦੀ ਹਾਂ ਇੱਥੇ ਔਰ ਮੈਂ ਗ੍ਰੈਜੂਏਟ ਹੈਗੀ ਹਾਂ ਦਿੱਲੀ ਯੂਨੀਵਰਸਿਟੀ ਤੋਂ ਔਰ ਮੈਂ ਕੰਪਿਊਟਰ ਸੌਫਟਵੇਅਰ ਇੰਜੀਨੀਅਰਿੰਗ ਦਾ ਕੋਰਸ ਵੀ ਕੀਤਾ ਹੋਇਆ 1 ਈਅਰ ਦਾ। ਕਿੰਨੇ ਟਾਈਮ ਤੋਂ ਮੈਮ ਤੁਸੀਂ ਇੱਥੇ? ਮੈਂ ਪਿਛਲੇ 9-10 ਇਅਰਸ ਹੋ ਗਏ ਮੈਨੂੰ ਇੱਥੇ ਜੌਬ ਕਰਦੇ ਹੋਏ। ਥੈਂਕ ਯੂ ਮੈਮ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹੈ ਦਵਿੰਦਰ ਕੌਰ। ਦਵਿੰਦਰ ਮੈਮ, ਤੁਸੀਂ ਤੁਹਾਡਾ ਇੱਥੇ ਕੀ ਡਿਪਾਰਟਮੈਂਟ ਹੈ ਔਰ ਤੁਸੀਂ ਕੀ ਕਰਵਾਉਂਦੇ ਹੋ ਬੱਚਿਆਂ ਨੂੰ? ਮੇਰਾ ਇੱਥੇ ਮੈਡਮ ਮੇਰਾ ਐਡਮਿਨ ਦਾ ਵਰਕ ਹੈਗਾ ਤੇ ਇੱਥੇ ਅਸੀਂ ਸਾਰਾ ਐਡਮਿਨ ਦਾ ਵਰਕ ਕਰਦੇ ਹਾਂ, ਨਾਲ ਜੋ ਪੇਰੈਂਟਸ ਆਉਂਦੇ ਆ ਉਹਨਾਂ ਦੇ ਨਾਲ ਡੀਲ ਕਰਦੇ ਹੈਗੇ ਆ, ਆਪਣੇ ਕੋਰਸ ਦੇ ਬਾਰੇ ਡਿਟੇਲ ਦਿੰਦੇ ਆ, ਸਾਰਾ ਵਰਕ ਕਰਦੇ ਆ, ਟੈਲੀਫੋਨ ਵਰਕ ਸਾਰਾ ਵਰਕ ਕਰਦੇ ਆ ਅਸੀਂ। ਕੀ ਬੈਕਗ੍ਰਾਉਂਡ ਹੈ ਮੈਮ ਤੁਹਾਡਾ? ਮੈਡਮ ਮੈਂ ਗ੍ਰੈਜੂਏਟ ਹੈਗੀ ਆ ਤੇ ਮੈਂ BCom ਪਾਸ ਹੈਗੀ ਆ ਤੇ ਇੱਥੇ ਮੈਂ ਵਰਕ ਕਰਦੀ ਹੈਗੀ ਆ। ਹੋਰ ਥੈਂਕ ਯੂ ਮੈਮ ਟਾਈਮ ਦੇਣ ਵਾਸਤੇ। ਸਤਿ
ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ ਸਰ? ਮੇਰਾ ਨਾਮ ਕੁਲਵਿੰਦਰ ਸਿੰਘ ਹੈ। ਕੁਲਵਿੰਦਰ ਸਰ, ਤੁਸੀਂ ਇੱਥੇ ਕੀ ਦੇਖਦੇ ਹੋ ਔਰ ਤੁਹਾਡਾ ਬੈਕਗ੍ਰਾਉਂਡ ਕੀ ਹੈਗਾ? ਮੈਂ ਇੱਥੇ ਜੀ ਕੇਅਰ ਟੇਕਿੰਗ ਦਾ ਡਿਪਾਰਟਮੈਂਟ ਹੈ ਮੇਰਾ, ਕੇਅਰ ਟੇਕਰ ਹੈਗਾ ਮੈਂ। ਤੇ ਸਾਰਾ ਜਿਹਦੇ ਬਿਲਡਿੰਗ ਹੈ, ਸੁਪਰਵਿਜ਼ਨ ਹੈ, ਸਾਰੀ ਤੁਹਾਡੀ ਸਫਾਈਆਂ ਦਾ ਕੰਮ, ਹਰ ਇੱਕ ਚੀਜ਼ ਜੋ ਵੀ ਹੈ, ਮਤਲਬ ਚੇਅਰਮੈਨ ਦੇ ਕਮਰਿਆਂ ਦੀ ਰੱਖ ਰਖਾਵ, ਹਰ ਇੱਕ ਚੀਜ਼ ਉਹਨੂੰ ਦੇਖਦੇ ਹਾਂ ਜੀ। ਬਿਲਡਿੰਗ ਨੂੰ ਲੈ ਕੇ ਸਾਰਾ ਕੁਝ, ਬੱਚਿਆਂ ਦੇ ਵਿੱਚ ਡਿਸਪਲਿਨ ਇੰਚਾਰਜ ਕਹਿ ਲਓ, ਸਾਰਾ ਕੁਝ ਦੇਖੀਦਾ। ਕਦੋਂ ਤੋਂ ਤੁਸੀਂ ਇੱਥੇ ਹੈਗੇ ਹੋ? 2008 ਤੋਂ ਅਪ੍ਰੈਲ ਤੋਂ ਹੈਗਾ ਜੀ ਇੱਥੇ, ਤੇ ਬਸ ਉਦੋਂ ਤੋਂ ਚੱਲ ਰਹੇ ਨਾਲ ਹੀ ਜਿਸ ਤਰ੍ਹਾਂ ਵੀ। ਕਾਫੀ ਸਪੋਰਟ ਕਰ ਰਹੇ ਹੋ ਸਾਰਿਆਂ ਨੂੰ ਨਾਲ ਹੀ। ਹਾਂਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਹਾਂਜੀ ਮੈਮ, ਮੇਰਾ ਨਾਮ ਚਰਨਜੀਤ ਸਿੰਘ ਹੈ। ਓਕੇ, ਸਤਿ ਸ਼੍ਰੀ ਅਕਾਲ ਚਰਨਜੀਤ ਜੀ। ਚਰਨਜੀਤ ਸਰ, ਤੁਸੀਂ ਇੱਥੇ ਕੀ ਦੇਖ ਰਹੇ ਹੈਗੇ ਔਰ ਕਿਸ ਡਿਪਾਰਟਮੈਂਟ 'ਚੋਂ? ਮੈਂ ਸਰ ਨੂੰ ਅਸਿਸਟ ਕਰਦਾ, ਅਸਿਸਟੈਂਟ ਕੇਅਰਟੇਕਰ, ਨਾਲ ਅਸਿਸਟੈਂਟ ਸੁਪਰੀਡੈਂਟ ਵੀ ਆ। ਬੈਂਕਿੰਗ ਦਾ ਕੰਮ ਦੇਖਦਾ, ਨਾਲ ਬੱਚਿਆਂ ਦੇ ਡਿਸਪਲਿਨ ਸਰ ਦਾ ਨਾਲ ਹੀ ਪੂਰਾ ਕਰਦਾ ਮਦਦ। ਇਹ ਸਰ ਬੈਕਗ੍ਰਾਉਂਡ ਕੀ ਹੈਗਾ ਤੁਹਾਡਾ? ਬੈਕਗ੍ਰਾਉਂਡ ਸ਼ੁਰੂ ਤੋਂ ਹੀ ਇੱਥੇ ਆਪਣਾ 2013 ਤੋਂ ਮੇਰੀ ਇੱਥੇ ਸ਼ਿਫਟ ਹੋਇਆ। 2013 ਤੋਂ ਮੇਰੀ ਟ੍ਰਾਂਸਫਰ ਹੋਈ ਹੈ, ਤਦ ਤੋਂ ਮੈਂ ਇੱਥੇ ਇਹਨਾਂ ਦੇ ਨਾਲ ਹੀ ਕੰਮ ਕਰਦਾ ਪਿਆ। ਤੇ ਬਹੁਤ ਅੱਛਾ ਐਟਮੋਸਫੇਅਰ ਹੈਗਾ ਸਾਡੀ ITI ਦਾ। ਬੱਚਿਆਂ ਦਾ ਸਾਰਿਆਂ ਨੂੰ ਜਿੰਨਾ ਪੜ੍ਹਾ ਕੇ ਮਜ਼ਾ ਆਉਂਦਾ, ਉਹਨਾਂ ਦੇਖ ਕੇ ਵੀ ਅੱਛਾ ਲੱਗ ਰਿਹਾ ਹੁੰਦਾ। ਸਾਡੇ ਇੱਧਰੋਂ ਹੀ ਪੜ੍ਹ ਕੇ ਜੌਬ ਲੱਗਦੀ ਤਾਂ ਬਹੁਤ ਅੱਛਾ ਲੱਗਦਾ ਕਿ ਜਦ ਆਪਣੇ ਬੱਚੇ ਇੱਥੋਂ ਪੜ੍ਹ ਕੇ ਜੌਬ ਲੱਗਦੇ ਨੇ, ਸੈੱਟ ਹੁੰਦੇ ਨੇ, ਇਸ ਤੋਂ ਜ਼ਿਆਦਾ ਹੋਰ ਨਹੀਂ ਅੱਛਾ ਲੱਗਦਾ, ਕਿਉਂਕਿ ਬਹੁਤ ਜ਼ਿਆਦਾ ਅੱਛਾ ਲੱਗਦਾ ਕਿ ਇਹ ਸੈੱਟ ਹੋ ਗਏ ਨੇ ਜੀਵਨ ਵਿੱਚ। ਥੈਂਕ ਯੂ ਸਰ, ਬਹੁਤ ਧੰਨਵਾਦ ਤੁਹਾਡਾ, ਟਾਈਮ ਦਿੱਤਾ ਤੁਸੀਂ ਸਾਨੂੰ ਔਰ ਬਹੁਤ ਅੱਛੇ ਤਰੀਕੇ ਨਾਲ ਤੁਸੀਂ ਸਾਰਿਆਂ ਨੂੰ ਸਪੋਰਟ ਕਰ ਰਹੇ ਹੋ ਔਰ ਸਾਰੇ ਤੁਹਾਨੂੰ ਕਰ ਰਹੇ ਨੇ। ਠੀਕ, ਥੈਂਕ ਯੂ। ਥੈਂਕ ਯੂ ਸਰ।